श्री नानक पाद पंकज बंदन, पाद पंकज बंदन। सिमरो अंगद दूत नितंदन। अमरदास दुर्हे दैत्याओ जी, हे दैत्याओ। श्री दुर् रामदास दुन दावो। श्री अर्जन बिदनन ते नाशत बिद नन ते नाशत। श्री हरि गोबिंद शुभ सुमत परिताशत। श्री हरि राय नमो तवे जोई, नमो तवे जोई। हर कृष्ण मनाहि बहोई, तेद बहादुर परम तेरे पाला जी, परम तेरे पाला। श्री दुर् गोबिंद सिंध विशाला। श्री दुर् गोबिंद सिंध विशाला। तरो तरा तर पुन पुन सीसा जी, पुन पुन सीसा। बंदो बार बार जद दीसा, बंदो बार बार जद दीसा। जिसमें मृत ध्यान है, मानत पदत वैराद। तिस साहिब तो बंदना, शिव चरणन पवतार। एक ओंकारा सतगुरु, जे प्रसाद सज होए। वाहिगुरु जी की फतेह, बेदन बिनासन सोए। वाहिगुरु जी की फतेह, बेदन बिनासन सोए। सतनाम वाहिगुरु साहिब जी। दोहरा दुरी गगन मह बचन कहे, डरो न मोते कोई। सब प्रसंग सुन लीजिए, पायो कहो मैं सोए। दुई गगन मह बचन कहे, डरो न मोते कोई। सब प्रसंग सुन लीजिए, पायो कहो मैं सोए। वाहिगुरु जी का खालसा, वाहिगुरु जी की फतेह। वालिए कुल आलम, धर्म नूं धीरज देण वाले, सांझी वार्ता दा उपदेश बख्शण वाले, देदां तेदां दे धनी ते पालू दयालु सच्चे पातशाह जी। करोड़ां खंडां ब्रह्मंडां दे मालक, दसां ही पातशाहियां दी आत्मक जोत
ਰਾਜਾਨ ਰਾਜ ਭਾਨਾਨ, ਰਾਜਾਨ ਰਾਜ ਭਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਤਿਕਾਰਯੋਗ ਸਾਧ ਸੰਗਤ ਜੀਓ, ਬਹੁਤਿਆਂ ਵੱਡਿਆਂ ਭਾਗਾਂ ਵਾਲੇ ਹੋ ਜੋ ਸੰਧਿਆ ਵੇਲੇ ਦੇ ਸਮੇਂ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸੰਧਿਆ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ, ਆਰਤੀ ਅਤੇ ਹੋਰ ਰਸ ਪਿੰਡੇ ਸ਼ਬਦਾਂ ਦੇ ਕੀਰਤਨ ਵੱਡ ਭਾਦੀ ਜਨਾਂ ਨੇ ਸਰਵਣ ਕੀਤੇ ਹਨ। ਸਮਾਂ ਹੋਇਆ ਹੈ ਇਤਿਹਾਸ ਦੀ ਲੜੀਵਾਰ ਤਥਾ ਵਿਚਾਰ ਦਾ, ਸ਼ਿਵੀ ਦੇ ਪ੍ਰਤਾਪ ਸੂਵੇ ਗ੍ਰੰਥ ਦੀ ਤਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਮਨ ਚਿਤ ਬਿਰਤੀਆਂ ਨੂੰ ਤਾਦਰ ਚਿਤ ਕਰਤੇ ਤਥਾ ਵਿਚਾਰ ਸਰਵਣ ਤਵੀਏ। ਜਿਸ ਤਰ੍ਹਾਂ ਤਲ ਦੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਤਥਾ ਸਰਵਣ ਕੀਤੀ ਸੀ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਬਾਲ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਜਨਮ ਤੋਂ 40ਵੇਂ ਦਿਨ ਬਾਅਦ ਕਰਮੋਂ ਨੇ ਜਦੋਂ ਇਹ ਸਲਾਹ ਬਣਾਈ ਕਿ ਅਸੀਂ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੇਣਾ ਤਵੀਏ, ਬਾਲ ਹਰਗੋਬਿੰਦ ਸਾਹਿਬ ਜੀ ਦੀ ਜੀਵਤਾ ਨੂੰ ਨਾਸ਼ ਕਰ ਦਈਏ, ਤੇ ਇੱਕ ਦਿਨ ਕੀ ਹੋਇਆ, ਕਰਮੋਂ ਦਸ ਕਰਮੋਂ ਨੇ ਗੱਲ ਦੱਸਣਾ ਤੀਦੀ ਤੇ ਇਹੋ ਜਿਹੀ ਕੋਈ ਇਸਤਰੀ ਲੱਭਣਾ ਕਰ ਜਿਹੜੀ ਇਸਤਰੀ ਵਡਾਲੀ ਨਦਰ ਦੇ ਵਿੱਚ ਜਾ ਤੇ ਗੁਰੂ ਤੇ ਮਹਿਲਾਂ ਦੇ ਵਿੱਚ ਪ੍ਰਵੇਸ਼ ਹੋ ਤੇ ਬਾਲ ਹਰਗੋਬਿੰਦ ਜੀ ਨੂੰ ਮਾਰ ਦੇਣਾ ਤਵੇ। ਦਾਸੀ ਨੇ ਹੌਲੇ ਹੌਲੇ ਆਪਣਾ ਕੰਮ ਸ਼ੁਰੂ ਕੀਤਾ। ਸਮਾਂ ਬੀਤਿਆ, ਇੱਕ ਸਮਾਂ ਇਹੋ ਜਿਹਾ ਆਇਆ, ਦਾਸੀ ਨੂੰ ਇੱਕ ਇਸਤਰੀ ਲੱਭੀ। ਉਸ ਇਸਤਰੀ ਦੇ ਨਾਲ ਗੱਲ ਕੀਤੀ, ਸਲਾਹ ਮਸ਼ਵਰਾ ਕਰਤੀ। ਉਸ ਇਸਤਰੀ ਨੂੰ, ਜਿਹੜੀ ਇਸਤਰੀ ਦਾਈ ਦਾ ਕੰਮ ਕਰਦੀ ਸੀ, ਭਾਵ ਬੱਚਿਆਂ ਨੂੰ ਖਿਡਾਉਣ ਦਾ, ਉਸ ਦਾਈ ਨੂੰ ਤਰਮੋਂ ਦੇ ਨਾਲ ਮਿਲਾ ਦੇਣਾ ਕੀਤਾ। ਪ੍ਰਿਥਵੀ ਦੀ ਧਰ ਵਾਲੀ ਨੇ ਮਿਲ ਕਰਤੇ ਬਹੁਤੇ ਆਦਰ ਸਤਿਕਾਰ ਦੇ ਨਾਲ ਉਸ ਨੂੰ ਬਿਠਾਇਆ ਹੈ, ਬਹੁਤੇ ਪ੍ਰੇਮ ਦੇ ਨਾਲ ਉਸ ਨੂੰ ਬਿਠਾਇਆ ਤੇ ਬਿਠਾ ਤੇ ਆਪਣਾ ਦੁੱਖ ਦੱਸਿਆ ਹੈ ਕਿ ਪ੍ਰਿਥਵੀ ਦਾ ਜਿਹੜਾ ਵੱਡਾ ਹੈ, ਇਸ ਨੂੰ ਦੁਰਤਾ ਦਤੀ ਦੀ ਪ੍ਰਾਪਤੀ ਨਹੀਂ ਹੋਈ। ਖੁਟਿਆਈ ਦੇ ਨਾਲ ਛੋਟੇ ਭਰਾ ਨੇ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੁਰਤਾ ਦਤੀ ਲੈ ਲਈ। ਇਸ ਤਰ੍ਹਾਂ ਝੂਠ ਮਾਰਦੀ ਹੈ ਤੇ ਆਖਦੀ ਹੈ ਸਾਡੇ ਉਪਤਾਰ ਦੇ ਤਾਈਂ, ਸਾਡੇ ਵਾਸਤੇ ਇਹ ਉਪਤਾਰ ਕਰ, ਬਾਲ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੇ। ਇਹ ਗੱਲ ਜਦੋਂ ਸੁਣਨਾ ਕੀਤੀ ਤੇ ਹਾਂ ਦੇ ਵਿੱਚ ਹਾਂ ਮਿਲਾਈ ਹੈ ਤੇ ਆਖਿਆ ਮੇਰਾ ਵੀ ਉਹਨਾਂ ਦੇ ਨਾਲ ਬਹੁਤਾ ਬੈਰ ਹੈ, ਕਿਉਂਕਿ ਬਹੁਤਾ ਸਮਾਂ ਹੋ ਗਿਆ। ਬਾਲਕ ਹਰਗੋਬਿੰਦ ਸਾਹਿਬ ਜੀ ਦੇ ਜਨਮ ਨੂੰ ਉਹਨਾਂ ਨੇ ਮੈਨੂੰ ਸੱਦਿਆ ਨਹੀਂ, ਕੋਈ ਧਨ ਨਹੀਂ ਦਿੱਤਾ, ਕੋਈ ਪੈਸੇ ਨਹੀਂ ਦਿੱਤੇ। ਇਸ ਕਰਕੇ ਮੇਰਾ ਵੀ ਉਹਨਾਂ ਦੇ ਨਾਲ ਬਹੁਤਾ ਗੁੱਸਾ, ਬਹੁਤਾ ਵੈਰ ਹੈ। ਦੋਵਾਂ ਨੇ ਆਪਸ ਦੇ ਵਿੱਚ ਹਾਂ ਦੇ ਨਾਲ ਹਾਂ ਮਿਲਾਈ। ਕਰਮੋਂ ਨੇ 100 ਰੁਪਇਆ ਪਹਿਲਾਂ ਦੇ ਦੇਣਾ ਕੀਤਾ ਕਿ ਇਹ ਲੈ ਜਾਣਾ। ਤਾਂ ਜਦੋਂ
ਦੁਰਤਾ ਦੱਦੀ ਪ੍ਰਾਪਤ ਸਾਨੂੰ ਹੋ ਜਾਵੇ ਜੀ, ਉਦੋਂ ਅਸੀਂ ਬਟਵਾਰਾ ਕਰ ਲਵਾਂਗੇ, ਅੱਧੀਆਂ ਵਸਤੂਆਂ ਲੈ ਲੈਣਾ ਤਵੀ ਤੇ 100 ਰੁਪਇਆ ਲੈ ਤੇ ਜਿਹੜੀ ਦਾਈ ਸੀ ਉਹ ਆਪਣੇ ਧਰ ਦਈ ਰੰਧਦਾਰ ਕੱਪੜੇ ਪਾਏ ਉਸਨੇ, ਬਹੁਤੇ ਸੁੰਦਰ ਗਹਿਣੇ ਪਹਿਨੇ ਹਨ ਤੇ ਬਹੁਤੇ ਸੁੰਦਰ ਉਸਨੇ ਤਜਲ ਆਪਣੇ ਹੱਥਾਂ ਦੇ ਵਿੱਚ ਪਾਇਆ ਹੈ। ਤੇ 40ਵਾਂ ਦਿਨ ਹੋਇਆ ਉਸ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਜਨਮੇ ਹੋਏ ਨੂੰ। ਵਡਾਲੀ ਨਦਰ ਦੇ ਵਿੱਚ ਖੁਸ਼ੀ ਵਾਲੇ ਦਿਨ ਇਹ ਦੁਸ਼ਟ ਆਤਮਾ, ਦੁਸ਼ਟ ਦਾਈ ਉੱਥੇ ਪਹੁੰਚ ਜਾਣਾ ਤੀਤੀ ਤੇ ਜਾਤ ਤੇ ਤੀਤਾ ਜ਼ਹਿਰ ਲੈ ਲੈਣਾ ਤੀਤੀ ਆਪਣੇ ਅਸਥਨਾ ਨੂੰ ਲਾਇਆ ਜ਼ਹਿਰ। ਉੱਥੇ ਜਾਤ ਤੇ ਮਾਤਾ ਦੰਦਾ ਜੀ ਨੂੰ ਮਿਲੀ ਹੈ। ਸਾਰੀਆਂ ਇਸਤਰੀਆਂ ਮਿਲ ਕੇ ਨਦਰ ਦੀਆਂ ਵਿਚਾਰਾਂ ਕਰਦੀਆਂ ਨੇ। ਮਾਤਾ ਦੰਦਾ ਜੀ ਨੇ ਇੱਕ ਗੱਲ ਛੇੜ ਲਈ ਤੀ ਵਾਲ ਹਰਗੋਬਿੰਦ ਸਾਹਿਬ ਜੀ ਇਹ 2 ਦਿਨ ਹੋ ਗਏ ਉਹਨਾਂ ਦਾ ਮਨ ਮੁਰਝਾਇਆ ਹੈ ਤੇ ਇਤਨੇ ਦੇ ਵਿੱਚ ਪਾਪ ਨੂੰ ਕਮਾ ਤੇ ਬੋਲੀ ਹੈ। ਜਦੋਂ ਮਾਤਾ ਦੰਦਾ ਜੀ ਨੇ ਤਿਆਤੀ ਸਾਡਾ ਬਾਲਕ ਦੁੱਧ ਵੀ ਨਹੀਂ ਪੀਂਦਾ ਤੇ 30 ਆਖਿਆ ਇਸ ਦਾਈ ਨੇ ਤੇ ਮੈਨੂੰ ਇਹੋ ਜਿਹਾ ਵਰ ਪ੍ਰਾਪਤ ਹੈ ਕਿ ਜਿਸ ਨੂੰ ਮੈਂ ਦੁੱਧ ਪਿਆ ਦਵਾਂ ਆਪਣੇ ਅਸਥਨਾ ਦੇ ਨਾਲ, ਉਹ ਬਾਲਕ ਕਦੀ ਵੀ ਉਸ ਨੂੰ ਦੁੱਧ ਨਹੀਂ ਹੁੰਦਾ। ਬਿਨਾਂ ਦਵਾਈ ਤੋਂ ਉਸਦੇ ਸਾਰੇ ਦੁੱਧ ਹਮੇਸ਼ਾ ਦੇ ਲਈ ਦੂਰ ਹੋ ਜਾਂਦੇ ਨੇ। ਬਹੁਤੇ ਸੁਥੀ ਤਵੀਤੇ ਦੇ ਨਾਲ ਉਹ ਬਾਲਕ ਵਸਦਾ ਹੈ। ਇਸ ਤਰ੍ਹਾਂ ਆਪਣੇ ਆਪ ਦੀ ਝੂਠੀ ਜਿਹੜੀ ਮਹਿਮਾ ਵਰਣਨ ਕਰਦੀ ਹੈ। ਸਾਰੀਆਂ ਇਸਤਰੀਆਂ ਦੀ ਹਾਂ ਦੇ ਨਾਲ ਹਾਂ ਮਿਲਾ ਕਰਤੇ ਜਦੋਂ ਮਾਤਾ ਜੀ ਨੇ ਵੇਖਿਆ ਸਾਰੀਆਂ ਇਸਤਰੀਆਂ ਰਾਜੀ ਨੇ ਤੇ ਉਸ ਸਮੇਂ ਮਾਤਾ ਜੀ ਨੇ ਬਾਲ ਹਰਗੋਬਿੰਦ ਜੀ ਨੂੰ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਦੀ ਗੋਦ ਦੇ ਵਿੱਚ ਦਿੱਤਾ। ਦਾਈ ਅਸਥਨਾ ਦੇ ਨਾਲ ਦੁੱਧ ਪਿਆਉਣ ਲੱਗੀ ਹੈ ਪਰ ਬਾਲ ਹਰਗੋਬਿੰਦ ਜੀ ਪੀਂਦੇ ਨਹੀਂ ਤੇ ਆਪਣਾ ਇੱਕ ਹੱਥ ਕਰ ਤੇ ਬਾਲਕ ਨੇ ਉਸ ਦਾਈ ਦੀ ਦੁੱਧ ਨੂੰ ਫੜ ਲਿਆ ਤੇ ਦੂਸਰੇ ਹੱਥ ਦੇ ਨਾਲ ਉਸ ਦੇ ਅਸਥਨਾ ਨੂੰ ਮਰੋੜ ਦਿੱਤਾ। ਜਿਸ ਤੇ ਜਿਹੜੀ ਦਾਈ ਸੀ ਤੜਫੜੀ ਹੋਈ ਮਰ ਗਈ। ਇੱਥੇ ਤੱਕ ਆਪ ਜੀ ਨੇ ਤਲ ਤਥਾ ਵਿਚਾਰ ਸਰਵਣ ਕੀਤੀ ਸੀ। ਆਓ ਮਹਾਨ ਤਵੀ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਮਹਾਨ ਪਵਿੱਤਰ ਗ੍ਰੰਥ ਦੇ ਵਿੱਚ ਰਚਦੇ ਨੇ, ਆਓ ਸਰਵਣ ਕਰਦੇ ਲਾਭ ਪ੍ਰਾਪਤ ਕਰੀਏ। ਜੋ ਤਥਾ ਆ ਰਹੀ ਹੈ ਉਸ ਨੂੰ ਸਰਵਣ ਕਰਨ ਤੋਂ ਪਹਿਲਾਂ ਮਨ ਚਿਤ ਬਿਰਤੀਆਂ ਨੂੰ ਤਦਚਿਤ ਕਰੋ। ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਓ ਸੀਸ ਤੇ ਸਾਰੇ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁਰੀ ਗਗਨ ਮਹਿ ਬਚਨ ਕਹੇ। ਤੇ ਉਸ ਸਮੇਂ ਜਦੋਂ ਉਹ ਦਾਈ ਮਰ ਜਾਣਾ ਤੀਤੀ ਤੇ ਵਿਹੜੇ ਦੇ ਵਿੱਚ ਪਈ ਹੈ ਪਰ ਜਿਹੜੀ ਉਸ ਦੀ ਆਤਮਾ ਹੈ ਉਹ ਉਸ ਦੀ ਆਤਮਾ ਸਰੀਰ ਦੇ ਵਿੱਚੋਂ ਨਿਕਲੀ ਤੇ ਆਕਾਸ਼ ਦੇ ਵਿੱਚ ਜਾ ਤਰਤੇ ਛੁਪ ਜਾਣਾ ਤੀਤੀ ਹੈ ਤੇ ਆਕਾਸ਼ ਦੇ ਵਿੱਚੋਂ ਇਸ ਤਰ੍ਹਾਂ ਛੁਪ ਤਰਤੇ ਬਚਨ ਕਹਿੰਦੀ ਹੈ। ਡਰਹੁ ਨ ਮੋਤੇ ਕੋਏ। ਆਖਿਆ ਕੋਈ ਵੀ ਮੇਰੇ ਤੋਂ ਡਰਨਾ ਨਾ ਕਰੋ। ਸਭ ਪ੍ਰਸੰਗ ਸੁਣ ਲੀਜੀਏ। ਸਾਰਾ ਹੀ ਜਿਤਨਾ ਵੀ ਪ੍ਰਸੰਗ ਹੈ ਜੋ ਵੀ ਗੱਲਬਾਤ ਹੈ ਉਹ ਸਾਰੀ ਸੁਣ ਲੈਣਾ ਕਰੋ। ਭਇਓ ਕਹੋ ਮੈਂ ਸੋਏ। ਗੱਲ ਹੈ ਤਿਸ ਤਰਤੇ ਕੀ ਕਾਰਨ ਬਣਿਆ ਮੇਰੇ ਮਰਨ ਦਾ ਸਾਰਾ ਸੁਣ ਲੈਣਾ ਕਰੋ। ਸਵਈਆ ਛੰਦ ਪੂਰਬ ਜਨਮ ਮੋਹਿ ਗੰਧਰਬੀ। ਆਪਣੇ ਪਿਛਲੇ ਜਨਮ ਦੇ ਬਾਰੇ ਦੱਸਦੀ ਹੈ। ਜਿਹੜਾ ਸਵਰਗਾਂ ਦੇ ਵਿੱਚ ਬਾਣੀ ਨੂੰ ਬੋਲਦਾ ਹੈ ਭਾਵ ਗਾਉਂਦਾ ਹੈ ਜਿਹੜਾ ਉਸ ਨੂੰ ਗੰਧਰਵ ਆਖਿਆ ਜਾਂਦਾ ਹੈ। ਜਿਹੜੀ ਇਸਤਰੀ ਗਾਉਂਦੀ ਹੈ ਉਸ ਨੂੰ ਗੰਧਰਵਨੀ ਆਖਿਆ ਜਾਂਦਾ ਹੈ। ਆਖਦੀ ਹੈ ਕਿ ਪਿਛਲੇ ਜਨਮ ਦੇ ਵਿੱਚ ਮੈਂ ਸਵਰਗਾਂ ਦੇ ਵਿੱਚ ਗੰਧਰਵਨੀ ਸੀ। ਸਗਲ ਸਗਤ ਜੋਤ ਮੈਂ ਮਨ ਮਾਨ। ਸਾਰੇ ਤਵੀਤਿਆਂ ਦੀ ਸ਼ਕਤੀਆਂ ਸਨ ਮੇਰੇ ਦੇ ਵਿੱਚ ਤੇ ਸ਼ਕਤੀਆਂ ਦੇ ਸਹਿਤ
ਮੇਰੇ ਮਨ ਦੇ ਵਿੱਚ ਬਹੁਤਾ ਹੰਕਾਰ ਪੈਦਾ ਹੋਇਆ। ਗਾਵਨ ਵਿਦਿਆ ਬਿਖੈ ਨਿਪੁਨ ਬਹੁ ਸੁੰਦਰ ਆਤ ਸਰੂਪ ਦੁਤਵਾਨ। ਗਾਉਣ ਦੀ ਵਿਧੀ ਦੇ ਵਿੱਚ ਮੈਂ ਬਹੁਤੀ ਸੁੰਦਰ ਸੀ। ਭਾਵ ਜਿਤਨਾ ਵੀ ਦਾਇਤ ਹੈ, ਜਿਤਨਾ ਵੀ ਗਾਉਣਾ ਮੈਨੂੰ ਸਾਰਾ ਹੀ ਆਉਂਦਾ ਸੀ ਤੇ ਮੇਰਾ ਸਰੂਪ ਬਹੁਤਾ ਸੁੰਦਰ ਸੀ। ਸੁਰਗ ਸਦਾ ਵਿਚਰਤ ਸੁਖ ਪਾਵਤ। ਸਵਰਗਾਂ ਦੇ ਵਿੱਚ ਮੈਂ ਸਦਾ ਹੀ ਵਿਚਰਦੀ ਸੀ, ਸੁੱਖਾਂ ਨੂੰ ਪਾਉਂਦੀ ਸੀ। ਇੱਕ ਦਿਨ ਸੁਰਤ ਸਭਾ ਕੇ ਥਾਨ। ਇੱਕ ਦਿਨ ਜਿੱਥੇ ਸਵਰਗਾਂ ਦੇ ਵਿੱਚ ਸਭਾ ਲੱਦੀ ਹੋਈ ਸੀ, ਉਸ ਸਥਾਨ ਤੇ ਕਰਤ ਗਾਨ ਬਹੁਤਾਨ ਮਿਲਾਵਤ। ਉਸ ਸਮੇਂ ਜਿਹੜੇ ਬਹੁਤੇ ਤਾਲ ਵੱਜ ਰਹੇ ਸਨ, ਉਹਨਾਂ ਤਾਲਾਂ ਦੇ ਨਾਲ ਮੈਂ ਆਪਣੀ ਆਵਾਜ਼ ਨੂੰ ਮਿਲਾਉਣਾ ਕੀਤਾ। ਸੁਨਤ ਕਾਨ ਸੋ ਹੋਏ ਬਿਰਮਾਨ। ਉਸ ਆਵਾਜ਼ ਦੇ ਨਾਲ ਉਹਨਾਂ ਨੂੰ ਮਿਲਾ ਤੇ ਜਦੋਂ ਮੈਂ ਵੇਖਿਆ ਤਾਲਾਂ ਦੇ ਨਾਲ ਮੇਰੀ ਆਵਾਜ਼ ਮਿਲ ਗਈ ਤੇ ਦਾਸੀ ਆਖਦੀ ਮੈਂ ਹੰਕਾਰ ਦੇ ਸਹਿਤ ਹੋ ਗਈ। ਤਬ ਸੁਰਗੁਰ ਆਇਓ ਕਿਸ ਕਾਰਨ। ਉਸ ਸਮੇਂ ਜਿਹੜਾ ਸਵਰਗਾਂ ਦਾ ਪਤੀ ਸੀ ਬ੍ਰਹਸਪਤ ਸੀ, ਤਿਸੇ ਤਾਰਨ ਦੇ ਤਾਈ ਉੱਥੇ ਆਇਆ ਹੈ। ਹੀਰਤ ਉਠੇ ਸਭਾ ਸੁਰ ਬ੍ਰਿੰਦ। ਇਹ ਸਾਰੀ ਜਿਹੜੀ ਸਭਾ ਸੀ ਉਹ ਵੇਦ ਤਰਤੇ ਸਤਕਾਰ ਦੇ ਵਜੋਂ ਉੱਠੀ ਹੈ। ਸਾਧਰਨ ਮੂਕੀਨ ਬੜ ਜਾਣਿਓ। ਸਾਰਿਆਂ ਨੇ ਸਾਦਰ ਤੋਂ ਭਾਵ ਸਤਕਾਰ ਕੀਤਾ ਹੈ। ਵੱਡੇ ਜਾਣ ਤਰਤੇ ਸਾਰਿਆਂ ਦਾ ਇਹ ਦੇਵਤਾ ਹੈ, ਸਾਰੀ ਸਵਰਗ ਪੂਰੀ ਦਾ ਇਹ ਜਾਣ ਤਰਤੇ ਸਾਰਿਆਂ ਨੇ ਉਸ ਦਾ ਆਦਰ ਕੀਤਾ, ਨਮਸਕਾਰ ਕੀਤੀ ਹੈ। ਬ੍ਰਹਮ ਵਿਦਿਆ ਮਹਿ ਨਿਪੂਨ ਬਲੰਦ। ਜਿਹੜਾ ਉਸ ਸੁਰਸਰ ਸੀ ਭਾਵ ਬ੍ਰਹਸਪਤ ਸੀ, ਬ੍ਰਹਮ ਵਿਦਿਆ ਦੇ ਵਿੱਚ ਭਾਵ ਜਿਸ ਨੂੰ ਹਰ ਇੱਕ ਤਰੀਕੇ ਦਾ ਬ੍ਰਹਮ ਧਿਆਨ ਸੀ। ਬੈਠਿਵਾਨ ਸਭਨ ਕਹੋ ਦੇਖਤ। ਆਦਰ ਤੇ ਬੈਠ ਤੇ ਸਾਰਿਆਂ ਨੂੰ ਵੇਖਦਾ ਹੈ। ਰੰਗ ਰੰਗ ਮਹਿ ਭਈ ਆਨੰਦ। ਰਾਮ ਦੇ ਰੰਗ ਦੇ ਵਿੱਚ ਭਾਵ ਜਿਤਨੀਆਂ ਵੀ ਦਾਸੀਆਂ ਸਨ, ਜਿਤਨੀਆਂ ਵੀ ਦੰਦਰਬਨੀਆਂ ਸਨ, ਸਾਰੇ ਹੀ ਰਾਤ ਦੇ ਰੰਧ ਦੇ ਵਿੱਚ ਭਾਵ ਸਾਜਾਂ ਦੀ ਧੁਨੀ ਦੇ ਵਿੱਚ ਮਸਤ ਸਨ। ਮਾਮਦੇ ਸਲਖ ਕਰ ਜਾਨ ਮਾਨ ਵੱਡ। ਉਸ ਸਮੇਂ ਇਸ ਦੰਦਰਬ ਨੇ ਭਾਵ ਇਸ ਬ੍ਰਹਸਪਤ ਨੇ ਮੇਰੀ ਦਿਸ਼ਾ ਦੇ ਵੱਲ ਵੇਖ ਤੇ ਮੇਰੀ ਜਿਹੜੀ ਮਨ ਦੀ ਦਲ ਸੀ ਬੁੱਝ ਲੈਣਾ ਕੀਤੀ, ਭਾਵ ਮੇਰੇ ਹੰਕਾਰ ਨੂੰ ਜਾਣ ਲਿਆ ਹੈ। ਇਹ ਦੁਸ਼ਟਾਚਰਣ ਮਤ ਮੰਦ। ਕੀ ਆਖਿਆ ਹੈ ਇਹ ਬਹੁਤੀ ਦੁਸ਼ਟ ਹੈ। ਦੁਸ਼ਟਾਚਰਨ ਥੋਟੀ ਚਾਲ ਕਰਨ ਵਾਲੀ ਮੰਦੀ ਮਤ ਵਾਲੀ ਹੈ। ਗਾਵਨ ਅਰ ਸਰੂਪ ਵੱਡ ਮੇਰੋ। ਕੀ ਆਖਿਆ ਦਾਵਨ ਅਰ ਜਿਹੜਾ ਇਸ ਨਦਰ ਦੇ ਵਿੱਚ ਭਾਵ ਸਵਰਗਪੁਰੀ ਦੇ ਵਿੱਚ ਗਾਉਣਾ ਹੈ, ਭਾਵ ਜਿਸ ਨੂੰ ਦਾਨ ਦਾ ਅਧਿਕਾਰ ਹੈ ਉਹ ਹੰਕਾਰ ਤੋਂ ਬਿਨਾਂ ਹੋਣਾ ਚਾਹੀਦਾ ਹੈ। ਇਹੋ ਗੁਣ ਜਾਨ ਧਰਤ ਹੰਕਾਰ। ਪਰ ਇਸ ਨੂੰ ਬਹੁਤਾ ਸੁੰਦਰ ਗਾਣਾ ਆਉਂਦਾ ਹੈ, ਬਹੁਤੀ ਤਾਲਾਂ ਦੇ ਨਾਲ ਆਵਾਜ਼ਾਂ ਮਿਲਾਉਣੀਆਂ ਆਉਂਦੀਆਂ ਨੇ। ਇਸ ਦਲ ਦਾ ਹੰਕਾਰ ਤਰੀ ਬੈਠੀ ਹੈ। ਸੁਰਨ ਸਭਾ ਤੇ ਉਚਰਤ ਉਦੁਸ਼ਟਾ। ਸੁਰਾਂ ਦੀ ਸਭਾ ਦੇ ਵਿੱਚ ਜਿਹੜੀ ਉਹ ਦੁਸ਼ਟਾ ਹੈ ਭਾਵ ਜਿਹੜੀ ਦਾਈ ਬਣੀ ਆਖਦੀ ਹੈ ਕਿ ਉਸਨੇ ਮੈਨੂੰ ਆਖਿਆ ਤੂੰ ਦੁਸ਼ਟ ਹੈ ਤੇ ਇਸ ਤਰ੍ਹਾਂ ਵਿਚਾਰ ਕਰਦਾ ਹੈ। ਨਹਿ ਮਨ ਜਾਣਿਓ ਮੋਹਿ ਉਦਾਰ। ਹਜੇ ਵੀ ਹਿਰਦੇ ਦੇ ਵਿੱਚ ਬਹੁਤਾ ਹੰਕਾਰ ਹੈ। ਤੀ ਆਖਦੀ ਹੈ ਮੈਂ ਬਹੁਤੀ ਸ੍ਰੇਸ਼ਟ ਹਾਂ, ਮੇਰੀ ਆਵਾਜ਼ ਬਹੁਤੀ ਸੁੰਦਰ ਹੈ, ਪਰ ਇਸ ਨੇ ਇਸ ਦੰਦਰਬ ਨੇ ਮੇਰੀ ਆਵਾਜ਼ ਦਾ ਕੋਈ ਮੁੱਲ ਨਹੀਂ ਪਾਇਆ, ਮੈਨੂੰ ਸ੍ਰੇਸ਼ਟ ਨਹੀਂ ਆਖਿਆ ਹੈ। ਅਪਰ ਸਰਬ ਹੀ ਮਨ ਨਹੀਂ ਦੀਰਗ। ਉਹ ਸਾਰੇ ਜਿਹੜੇ ਦੇਵਤੇ ਨੇ ਸਵਰਗਪੁਰੀ ਦੇ ਵਿੱਚ ਵਸਣ ਵਾਲੇ ਮੈਨੂੰ ਵੱਡਾ ਜਾਣਦੇ, ਸ੍ਰੇਸ਼ਟ ਜਾਣਦੇ ਹਨ। ਇੰਦਰ ਆਦ ਜੇਤਕ ਬਲ ਪਹਾਰ। ਇੰਦਰ ਦੇਵਤਾ ਇਤਿਆਦਿਕ ਦੇਵਤੇ ਜਿਤਨੇ ਵੀ ਬਹੁਤੇ ਬਲ ਵਾਲੇ ਹਨ। ਦੰਡ ਜੋਗ ਹੈ ਦਿਓ ਸਰਾਪ ਇਸ। ਇਸ ਤਰ੍ਹਾਂ ਸੋਚਦੀ ਹੈ, ਇਸ ਤਰ੍ਹਾਂ ਆਖਦੀ ਹੈ ਕਿ ਜਿਹੜਾ ਬ੍ਰਹਸਪਤ ਹੈ ਉਸਨੇ ਸੋਚਿਆ ਕਿ ਇਸ ਨੂੰ ਦੰਡ ਦੇਣਾ ਭਾਵ ਇਸ ਨੂੰ ਇਸ ਹੰਕਾਰ ਨੇ ਇਸਨੇ ਵਿਆਪ ਲਿਆ, ਇਸ ਤਰਤੇ ਇਸ ਨੂੰ ਦੰਡ ਦੇਣਾ ਸਜ਼ਾ ਦੇਣੀ ਯੋਧ ਹੈ। ਗਰਭ ਬਿਨਾ ਸਹ ਇਸੀ ਪ੍ਰਕਾਰ। ਤੇ ਛੇਤੀ ਦੇ ਨਾਲ ਹੁਣੇ ਹੀ ਇਸ ਦਾ ਨਾਸ਼ ਕਰ ਦੇਣਾ। ਤੋ ਏਮ ਵਿਚਾਰ ਕਰ ਸਾਪ ਦੀਨ ਤਬ। ਇਸ ਤਰ੍ਹਾਂ ਵਿਚਾਰ ਕਰਤੇ ਬ੍ਰਹਸਪਤ ਨੇ ਇਸ ਤਰ੍ਹਾਂ ਵਿਚਾਰ ਕੀਤੀ ਕਿ ਇਸ ਨੂੰ ਦੰਡ ਦੇਣਾ ਬਣ ਆਉਂਦਾ। ਵਿਚਾਰ ਕਰਤੇ ਮ੍ਰਿਤ ਮੰਡਲ ਮਹਿ ਜਨਮ ਸੋ ਧਾਰ। ਸ਼ਰਾਪ ਦਿੱਤਾ ਹੈ ਕਿ ਮ੍ਰਿਤ ਮੰਡਲ ਮੇ ਭਾਵ ਦੁਨੀਆ ਦੇ ਵਿੱਚ ਤੇਰਾ ਜਨਮ ਹੋਵੇਗਾ। ਜਾਏ ਕਰਮ ਧਾਇਨ ਕੇ ਕਰ ਕੈ। ਉਸ ਸਮੇਂ
ਇਹ ਬਚਨ ਜਦੋਂ ਹੋਇਆ ਤੇ ਆਖਦੀ ਹੈ ਮੈਂ ਦਾਈ ਦਾ ਰੂਪ ਧਾਰ ਤੇ ਪਾਵ ਦਾਈਆਂ ਦੇ ਧਰੇ ਮੈਂ ਜਨਮ ਲਿਆ ਹੈ। ਹੇਤ ਜੀਵ ਕਾ ਕਰਹੁ ਆਹਾਰ ਦਾਈ ਵਾਲੀ ਤਿਰਤ ਨੂੰ ਧਰ ਤੇ ਦਾਈ ਵਾਲਾ ਕੰਮ ਧਰ ਤੇ ਮੈਂ ਆਪਣੀ ਜੀਵਤਾ ਧਰਦੀ ਹਾਂ, ਆਪਣੇ ਭੋਜਨ ਦੇ ਤਾਈਂ ਧਨ ਕਮਾਉਂਦੀ ਹਾਂ। ਪਾਪ ਕਮਾਵਹੁ ਜੀਵਨ ਦੁਖ ਕਰ ਬਹੁਤੇ ਪਾਪ ਕਮਾਉਂਦੀ ਹਾਂ, ਬਹੁਤੇ ਜੀਵਾਂ ਨੂੰ ਦੁੱਖ ਦੇ ਧਰਤੇ। ਤਰਹੁ ਦੇਹੇ ਜੈ ਮਿਦ ਭਗਵਾਰ ਜਿਸ ਤਰ੍ਹਾਂ ਵੀ ਹੋ ਸਕੇ ਧਰੋ ਦੇ ਭਾਵ ਜਿਤਨਾ ਵੀ ਖੋਟਾ ਕੰਮ ਹੋ ਸਕੇ ਮੈਂ ਉਹ ਤਰਦੀ ਹਾਂ ਤੇ ਮੇਰਾ ਜਨਮ ਦਵਾਰਾਂ ਦੇ ਧਰੇ ਹੋਇਆ ਹੈ। ਮਦਰ ਦੇਸ ਮਹਿ ਵਿੱਚ ਰਹੋ ਜਿਤ ਕਿਤ ਜਿੱਥੇ ਤਿਤੇ ਵੀ ਭਾਵ ਜਿੱਥੇ ਤੱਕ ਪੰਜਾਬ ਦੇਸ਼ ਫੈਲਿਆ ਹੋਇਆ ਹੈ ਉੱਥੇ ਤੱਕ ਮੈਂ ਵਿਚਰਦੀ ਹਾਂ। ਭੋਗਹੁ ਦੁਖ ਹੋਆ ਕਰ ਬੁਰਿਆਰ ਬੁਰਿਆਰ ਤੋਂ ਭਾਵ ਖੋਟੀ ਹੋ ਤਰਤੇ ਮੈਂ ਦੁੱਖਾਂ ਨੂੰ ਭੋਗਦੀ ਹਾਂ। ਮੈਂ ਕਰ ਜੋਰੇ ਸੁਰਗੁਰ ਆਗੇ ਇਸ ਤਰ੍ਹਾਂ ਆਖਦੀ ਹੈ ਜਦੋਂ ਉਸਨੇ ਮੈਨੂੰ ਇਹ ਸ਼ਰਾਪ ਦਿੱਤਾ ਤੇ ਮੈਂ ਬ੍ਰਹਸਪਤ ਦੇ ਅੱਗੇ ਦੋਵੇਂ ਹੱਥ ਜੋੜੇ ਹਨ। ਕਬ ਮੇਰੂ ਪੁਨ ਹੋਏ ਉਧਾਰ ਇਹ ਆਖਦੀ ਹੈ ਤੇ ਹੁਣ ਤੇ ਤਰੀਕੇ ਦੇ ਨਾਲ ਮੇਰਾ ਉਧਾਰ ਹੋਵੇਗਾ। ਗਰਭ ਕੀਨ ਤਿਸ ਕੋ ਫਲ ਪਾਇਓ ਮੈਂ ਆਪਣੇ ਹਿਰਦੇ ਦੇ ਵਿੱਚ ਹੰਕਾਰ ਕੀਤਾ, ਇਸ ਦਲ ਦਾ ਇਸ ਕਾਰਜ ਦਾ ਮੈਂ ਫਲ ਪਾਉਣਾ ਕੀਤਾ ਹੈ। ਤੁਮ ਕਿਰਪਾਲ ਹੋ ਸਦਾ ਉਦਾਰ ਸਦਾ ਹੀ ਕਿਰਪਾਲੂ ਹੋ। ਆਪਣੇ ਦੇਵਤੇ ਨੂੰ ਆਖਦੀ ਏ ਦਾਈ ਤੇ ਤੁਸੀਂ ਸਦਾ ਹੀ ਕਿਰਪਾਲੂ ਸਦਾ ਹੀ ਸਾਰਿਆਂ ਦਾ ਉਧਾਰ ਕਰਨ ਵਾਲੇ ਹੋ। ਇਸਤਰੀ ਮਤ ਪਿਛੇ ਸੁਧ ਆਵਤ ਮੇਰੀ ਇਸਤਰੀਆਂ ਵਾਲੀ ਮਤ ਹੈ, ਹੁਣ ਮੈਨੂੰ ਸ਼ੁੱਧ ਖਬਰ ਆਈ ਹੈ ਕਿ ਜੋ ਮੈਂ ਮਨ ਦੇ ਵਿੱਚ ਹੰਕਾਰ ਧਾਰਿਆ ਸੀ ਉਹ ਦਲਤ ਸੀ। ਇਹ ਜਿਹੜੀ ਦਲ ਹੈ ਉਹ ਮੇਰੇ ਹਿਰਦੇ ਚ ਆਈ ਹੈ। ਨਿਜ ਸਰੂਪ ਗੁਣ ਕੇ ਹੰਕਾਰ ਆਪਣੇ ਸਰੂਪ ਦਾ ਤੇ ਆਪਣੇ ਗੁਣਾ ਦਾ ਮੈਂ ਹੰਕਾਰ ਧਾਰ ਬੈਠੀ ਹਾਂ। ਸਾਧੂ ਸਦਾ ਸ਼ਮਾ ਕੋ ਧਾਰਤ ਜਿਤਨੇ ਵੀ ਸਾਧੂ ਸੁਭਾਅ ਵਾਲੇ ਨੇ ਸਦਾ ਹੀ ਸ਼ਿਮਾ ਨੂੰ ਧਾਰਦੇ ਨੇ, ਭਾਵ ਉਹਨਾਂ ਦੇ ਵਿੱਚ ਸਦਾ ਹੀ ਮਾਫ ਕਰਨ ਦਾ ਜਿਹੜਾ ਗੁਣ ਹੁੰਦਾ ਹੈ। ਅਪਕਾਰੀ ਪਰ ਭੀ ਉਪਕਾਰ ਜਿਹੜੇ ਬਹੁਤੇ ਵੈਰ ਕਮਾਉਣ ਵਾਲੇ ਨੇ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਬਹੁਤਾ ਹੰਕਾਰ ਹੈ, ਤਾਮ ਲੋਭ ਮੋਹ ਹੰਕਾਰ ਹੈ, ਉਹਨਾਂ ਉੱਤੇ ਵੀ ਉਪਕਾਰ ਕਰਨ ਵਾਲੇ ਇਹੋ ਜਿਹੇ ਸਾਧੂ ਜਨ ਹਨ। ਸੁਰ ਗੁਰ ਭਨਿਓ ਹੋਏ ਗੁਰ ਅਰਜਨ ਉਸ ਸਮੇਂ ਬ੍ਰਹਸਪਤ ਨੇ ਆਖਿਆ ਹੈ, ਤਲਜੁਗ ਦੇ ਵੇਲੇ ਦੀ ਗੱਲ ਦੱਸੀ ਹੈ ਤੇ ਤਲਜੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹੋਣਾ ਤਰਨ ਦੇ ਸ੍ਰੀ ਨਾਨਕ ਕੇ ਬੈਠੇ ਥਾਨ ਦੱਸਿਆ ਜੋ ਅਰਜਨ ਦੇਵ ਜੀ ਮਹਾਰਾਜ ਜੀ ਪੰਚਮ ਪਿਤਾ ਦੁਨੀਆ ਤੇ ਅਵਤਾਰ ਧਾਰਨ ਦੇ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਹੋਣ ਦੇ ਤਿਨ ਕੋ ਪੁੱਤਰ ਜਨਮ ਜਬ ਧਾਰਹਿ ਉਹ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਪੁੱਤਰ ਹੈ ਉਹ ਇਸ ਸੰਸਾਰ ਦੇ ਉੱਤੇ ਜਨਮ ਧਾਰੇ ਦਾ ਅਵਤਾਰ ਧਾਰਣਾ ਤਵੇਦਾ ਜਿਸ ਕੇ ਸਾਥ ਮੇਲ ਨਿਜ ਠਾਨ ਆਪਣਾ ਮੇਲ ਮਿਲਾਪ ਉਸ ਦੇ ਨਾਲ ਕਰਨਾ ਤਵੀ ਸੋ ਤੇਰੋ ਤਮ ਕਰਹਿ ਉਧਾਰਨ ਉਸ ਸਮੇਂ ਉਹ ਪੁੱਤਰ ਭਾਵ ਉਹ ਬਾਲ ਹਰਗੋਬਿੰਦ ਸਾਹਿਬ ਜੀ ਤੇਰਾ ਉਧਾਰ ਕਰਨਾ ਤਰਨ ਦੇ ਨਿਜ ਬਲ ਤੇ ਹਾਨਹਿ ਗੋ ਪ੍ਰਾਨ ਆਪਣੇ ਬਲ ਦੇ ਨਾਲ ਉਹ ਤੇਰੇ ਪ੍ਰਾਣਾ ਦਾ ਨਾਸ਼ ਕਰ ਦੇਣਾ ਤਰਨ ਦੇ ਬਹੁਰ ਸਰੀਰ ਪ੍ਰਾਪਤ ਹੋਏਗੋ ਫਿਰ ਜਿਹੜਾ ਤੇਰਾ ਸਰੀਰ ਹੈ ਉਹ ਪ੍ਰਾਪਤ ਹੋਈ ਦੋ ਭਾਵ ਤੈਨੂੰ ਜਿਹੜੀ ਦੇਹੀ ਦੀ ਪ੍ਰਾਪਤੀ ਹੋਣਾ ਦਵੇਗੀ ਗੰਧਰਵੀ ਕੋ ਰੂਪ ਮਹਾਨ ਜਿਸ ਤਰ੍ਹਾਂ ਤੂੰ ਹੁਣ ਗੰਧਰਵੀ ਹੈ ਪਾਸ਼ਵਰਦਾਂ ਦੇ ਵਿੱਚ ਦੀਤ ਨੂੰ ਗਾਉਣ ਵਾਲੀ ਹੈ ਇਸੇ ਤਰ੍ਹਾਂ ਫਿਰ ਤੈਨੂੰ ਦੁਬਾਰਾ ਤੂੰ ਜਿਹੜੀ ਇਹ ਗੰਧਰਵ ਦੀ ਪਦਵੀ ਪ੍ਰਾਪਤ ਹੋਵੇਗੀ ਭਇਓ ਪਤਨ ਸੁਰ ਗੁਰ ਕੇ ਬਾਤ ਸੁਨ ਪਿਆਰੇ ਉਸ ਦਾਸੀ ਨੇ ਸੁਰਦ ਤੋਂ ਪਾਰ ਜਿਹੜਾ ਬ੍ਰਹਸਪਤ ਹੈ ਉਸ ਦੇ ਬਚਨਾਂ ਨੂੰ ਸੁਣਨਾ ਕੀਤਾ ਹੈ ਭਾ ਅਗਿਆਨ ਜਨਮ ਕੋ ਪਾਏ ਜੀ ਆਖਦੀ ਮੈਂ ਅਧਿਆਨ ਸੀ ਮੈਨੂੰ ਕਿਸੇ ਵੀ ਪ੍ਰਕਾਰ ਦਾ ਧਿਆਨ ਨਹੀਂ ਸੀ ਇਸ ਧਰਤੀ ਮੈਂ ਇਸ ਧਰਤੀ ਦੇ ਉੱਤੇ ਜਨਮ ਨੂੰ ਪਾਉਣਾ ਦਿੱਤਾ ਸੀ ਨਿਰੰਕਾਰ ਕੀ ਵਿਚਰਤ ਇਤ ਉਤ ਬਹੁਤਾ ਲੰਮਾ ਸਮਾਂ ਹੋ ਗਿਆ ਹੈ ਮੈਂ ਇੱਧਰ ਉੱਧਰ ਪੰਜਾਬ ਦੇਸ਼ ਦੇ ਵਿੱਚ ਵਿਚਰਦੀ ਹਾਂ ਰਾਮਦਾਸ ਪੁਰਬਾਸੀ ਆਏ ਲੰਮੇ ਸਮੇਂ ਤੋਂ ਬਾਅਦ
ਰਾਮਦਾਸ ਨਦਰ ਦੇ ਵਿੱਚ ਆਤਰ ਤੇ ਵਸਨਾ ਕੀਤੀ ਹਾਂ। ਪ੍ਰਿਥੀਏ ਕੀ ਦਾਸੀ ਮੁਝ ਮਿਲ ਕਰ, ਪ੍ਰਿਥੀਏ ਦੀ ਦਾਸੀ ਸੀ ਉਹ ਮੇਰੇ ਦੇ ਨਾਲ ਮਿਲ ਕਰਤੇ ਭਾਵ ਉਸਨੇ ਮੈਨੂੰ ਇਹ ਕਹਿਣਾ ਕੀਤਾ ਹੈ। ਕਰਮੋ ਢਿਗ ਪਹੁੰਚਾਈ ਜਾਏ, ਉਸਨੇ ਮਿਲ ਕਰਤੇ ਪ੍ਰਿਥੀਏ ਦੀ ਘਰ ਵਾਲੀ ਕਰਮੋਂ ਨੂੰ ਮੈਨੂੰ ਮਿਲਾ ਦੇਣਾ ਕੀਤਾ ਹੈ। ਤਿਸਨੇ ਦੀਨ ਰਜਤ ਪਣ ਇੱਕ ਸਤ, ਉਸ ਇਸਤਰੀ ਨੇ ਭਾਵ ਕਰਮੋਂ ਨੇ ਮੈਨੂੰ 100 ਰੁਪਇਆ ਦਿੱਤਾ। ਏਮ ਸਿੱਖਿਆ ਦੇ ਇਹ ਪਠਾਏ, ਇਸ ਤਰ੍ਹਾਂ ਸਿੱਖਿਆ ਦੇ ਤਰਤੇ ਮੈਨੂੰ ਦਲਤ ਵੱਲ ਤੋਰ ਤਰਤੇ ਮੈਨੂੰ ਇੱਥੇ ਭੇਜਿਆ ਹੈ। ਸ੍ਰੀ ਅਰਜਨ ਨੰਦਨ ਕੋ ਹੱਥ ਕਰ, ਉਸਨੇ ਤੀ ਆਖਿਆ ਮੈਨੂੰ ਕਿ ਜਿਹੜੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਪੁੱਤਰ ਨੂੰ ਨੰਦਨ ਤੋਂ ਭਾਵ ਪੁੱਤਰ ਉਹਨਾਂ ਦੇ ਪੁੱਤਰ ਨੂੰ ਨਾਸ਼ ਕਰਨਾ ਤਰ ਇਹ ਮੋਹ ਪਰ ਕੀ ਜਹ ਉਪਕਾਰ, ਆਖਿਆ ਮੇਰੇ ਤੇ ਇਹ ਵੱਡਾ ਉਪਕਾਰ ਤੂੰ ਕਰ ਦੇਣਾ ਤਰ। ਲੋਭ ਲਹਿਰ ਨੇ ਪ੍ਰੇਨਨ ਕੀਨਸ, ਲੋਭ ਦੀ ਲਹਿਰ ਨੇ ਭਾਵ ਲਾਲਚ ਦੇ ਵਸੀ ਤਾਰ ਉਤਰ ਤੇ ਮੈਂ ਆਪ ਜੀ ਦੇ ਤੋਲ ਆਈ ਹਾਂ। ਧਨ ਦੇ ਨਾਲ ਉਸਨੇ ਮੈਨੂੰ ਪ੍ਰੇਰਨਾ ਕੀਤਾ ਹੈ। ਮੈਂ ਆਈ ਸੋ ਮਨੋਰਥ ਤਹਾਰ, ਮੈਂ ਇੱਛਾ ਧਾਰ ਕਰਤੇ ਤੀ ਜਦੋਂ ਮੈਂ ਇਹ ਤਮ ਤਰ ਦਵਾਂ ਦੀ ਤੇ ਮੈਨੂੰ ਬਹੁਤਾ ਧਨ ਪ੍ਰਾਪਤ ਹੋਵੇਗਾ। ਇਸ ਦਲ ਨੂੰ ਧਾਰ ਤੇ ਮੈਂ ਆਪ ਜੀ ਦੇ ਮਹਿਲਾ ਦੇ ਵਿੱਚ ਆਈ ਹਾਂ। ਕਪਟ ਬੇਸ ਧਰ ਬਾਲਕ ਨਾਸਨ, ਤੇ ਕਪਟ ਦਾ ਵੇਸ ਧਾਰ ਤੇ ਭਾਵ ਕਪਟ ਸਰੂਪ ਧਾਰ ਤੇ ਇਸ ਬਾਲਕ ਨੂੰ ਮਾਰਨ ਦੇ ਤਾਈਂ ਇਸ ਬਾਲਕ ਦਾ ਨਾਸ਼ ਕਰਨ ਦੇ ਤਾਈਂ ਜਹਰ ਸਥਨ ਮੈਂ ਲੇਪ ਨਕਾਰ, ਜੀ ਤੀਤਾ ਆਪਣੇ ਸਥਨਾਂ ਦੇ ਵਿੱਚ ਜ਼ਹਿਰ ਨੂੰ ਲਾਤ ਤੇ ਆਪਣੇ ਸਥਨ ਜਿਹੜੇ ਨੇ ਤਪਵੇ ਤੋਂ ਹਟਾਏ ਹਨ। ਪ੍ਰਭ ਅਵਤਾਰ ਪੁੱਤਰ ਹੈ ਤੇਰੋ, ਮਾਤਾ ਦੰਦਾ ਜੀ ਨੂੰ ਜਿਹੜੀ ਦਾਈ ਹੈ ਉਸ ਦੀ ਜਿਹੜੀ ਰੂਹ ਅਸਮਾਨ ਦੇ ਵਿੱਚ ਹੈ ਉਹ ਆਖਦੀ ਹੈ ਜਿਹੜਾ ਤੇਰਾ ਪੁੱਤਰ ਹੈ ਇਹ ਆਮ ਪੁੱਤਰ ਨਹੀਂ, ਇਹ ਪ੍ਰਭੂ ਦਾ ਤਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੈ। ਪਕਰ ਪਿਓਤਰ ਕੋ ਮੁਖ ਮਾਰ, ਕੀ ਆਖਦੀ ਪੱਤਰ ਪਿਓਤਰ ਤੋਂ ਭਾਵ ਮੈਂ ਆਪਣੇ ਅਸਥਨਾਂ ਨੂੰ ਫੜ ਤਰਤੇ ਤੇਰੇ ਪੁੱਤਰ ਨੂੰ ਮਾਰਨ ਦੀ ਸਲਾਹ ਤਰਤੇ ਇੱਥੇ ਆਈ ਸਾਂ। ਅਬ ਮੈਂ ਰੂਪ ਗੰਧਰਵੀ ਪਾਇਓ, ਤੇ ਹੁਣ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਉਹੀ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਮੇਰਾ ਉਧਾਰ ਕਰਨਾ ਸੀ ਤੇ ਹੁਣ ਮੈਂ ਇਹਨਾਂ ਨੇ ਮੇਰਾ ਨਾਸ਼ ਕੀਤਾ, ਇਹਨਾਂ ਨੇ ਮੇਰਾ ਉਧਾਰ ਕੀਤਾ ਹੈ ਤੇ ਮੈਂ ਹੁਣ ਫਿਰ ਦੁਬਾਰਾ ਤੋਂ ਗੰਧਰਵੀ ਦਾ ਭਾਵ ਸਵਰਗਾਂ ਦੇ ਵਿੱਚ ਗਾਉਣ ਵਾਲੀ ਗੀਤ ਗਾਉਣ ਵਾਲੀ ਦਾ ਰੂਪ ਧਾਰਿਆ ਹੈ। ਜਾਤ ਸੁਰਗ ਕੋ ਨਮੋ ਅਮਹਾਰ, ਮੈਂ ਹੁਣ ਸਵਰਗਾਂ ਨੂੰ ਚੱਲੀ ਆ। ਮਾਤਾ ਦੰਦਾ ਜੀ ਨੂੰ ਆਖਦੀ ਹੈ ਤੁਹਾਡੇ ਸਾਰੇ ਹੀ ਪਰਿਵਾਰ ਨੂੰ ਮੇਰੀ ਨਮਸਕਾਰ ਹੈ। ਸਤਰ ਤੁਮਾਰੋ ਪ੍ਰਿਥਿਆ ਜਾਣਹੁ, ਜਿਹੜਾ ਤੁਹਾਡਾ ਸ਼ਤਰੂ ਹੈ ਵੈਰੀ ਹੈ ਉਹ ਪ੍ਰਿਥਿਆ ਨੂੰ ਜਾਣਨਾ ਤੋ ਕਰਹਿ ਬੈਰ ਸਗਰੋ ਪਰਿਵਾਰ, ਜਿਹੜਾ ਪ੍ਰਿਥਿਆ ਹੈ ਉਹ ਤੁਹਾਡੇ ਸਾਰੇ ਹੀ ਪਰਿਵਾਰ ਦੇ ਨਾਲ ਧੋਥਾ ਧੜੀ ਤਰਦਾ ਬਹੁਤਾ ਵੈਰ ਤਮਾਉਂਦਾ ਹੈ। ਰਹੋ ਸੁਚੇਤ ਨਾ ਕਰਹੁ ਭਰੋਸਾ, ਇਹ ਹਮੇਸ਼ਾ ਹੀ ਆਪਣੇ ਭਰਾ ਤੋਂ ਭਾਵ ਅਰਜਨ ਦੇਵ ਜੀ ਮਹਾਰਾਜ ਜੀ ਦੇ ਭਰਾ ਪ੍ਰਿਥਿਆ ਤੋਂ ਸੁਚੇਤ ਰਹਿਣਾ ਕਰੋ, ਉਸ ਤੇ ਕਿਸੇ ਵੀ ਪ੍ਰਕਾਰ ਦੇ ਨਾਲ ਭਰੋਸਾ ਨਾ ਧਾਰੋ। ਜਯੋ ਕਯੋ ਠਾਗਹਿ ਨੋ ਅਗਪਾਰ, ਜਿੱਥੇ ਵੀ ਉਹ ਆਪ ਜੀ ਦੇ ਨਾਲ ਚਲਾਕੀ ਤਰਤੇ ਆਪ ਜੀ ਦੇ ਨਾਲ ਵੈਰ ਕਮਾਉਣਾ ਤਵੇਦਾ। ਏਮ ਕਹੇ ਗਮਨ ਕੀਨ ਨਿਜ ਘਰ ਕੋ, ਇਸ ਤਰ੍ਹਾਂ ਤਹਿ ਤਰਤੇ ਜਿਹੜੀ ਦਾਈ ਸੀ ਉਸ ਦੀ ਜਿਹੜੀ ਰੂਹ ਹੈ ਆਪਣੇ ਧਰ ਨੂੰ ਚਲੇ ਦੇ ਭਾਵ ਜਿੱਥੋਂ ਆਈ ਸੀ ਸਵਰਗਾਂ ਦੇ ਵਿੱਚੋਂ ਤੇ ਉੱਥੇ ਵਾਪਸ ਸਵਰਗਾਂ ਦੇ ਚਲੇ ਗਈ ਹੈ। ਆਤ ਪ੍ਰਸੰਨ ਹੋਆ ਹਿਰਦੇ ਮਝਾਰ, ਹਿਰਦੇ ਦੇ ਵਿੱਚ ਬਹੁਤੀ ਖੁਸ਼ ਹੁੰਦੀ ਹੈ ਕਿ ਮੇਰਾ ਉਧਾਰ ਹੋ ਜਾਣਾ ਕੀਤਾ ਹੈ। ਅਜਰ ਬਖੈ ਤ੍ਰਿ ਬ੍ਰਿੰਦ ਮਿਲੀ ਤਬ, ਦੂਸਰੇ ਪਾਸੇ ਧਰ ਦੇ ਵਿੱਚ ਅਜਰ ਤੋਂ ਭਾਵ ਵਿਹੜੇ ਦੇ ਵਿੱਚ ਬਹੁਤੀਆਂ ਇਸਤਰੀਆਂ ਮਿਲ ਕਰਤੇ ਸੁਨ ਸਭ ਦੇਵ ਰਹੀ ਬਸਮਾਏ, ਸਾਰੀ ਜਿਹੜੀ ਇਹ ਵੇਦ ਕਰਤੇ ਇਹ ਤੌਤਤ ਵੇਦ ਕਰਤੇ ਤੇ ਬਾਲ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਅਕਾਲ ਪੁਰਖ ਦਾ ਰੂਪ ਹਨ। ਇਹ ਤੌਤਤ ਨੂੰ ਵੇਦ ਤੇ ਸਾਰੀਆਂ ਹੈਰਾਨ ਹੋਈਆਂ ਹਨ। ਤਿਕ ਤਿਕ ਕਰਮੋ ਕੀਨ ਕੋ ਕਰਮੋ, ਇਸ ਤਰ੍ਹਾਂ ਆਖਦੀਆਂ ਨੇ ਧਿਰਦਾ ਤਾਰ ਹੈ ਬਹੁਤੀ ਵਾਰ ਧਿਰਦਾ ਤਾਰ ਹੈ ਉਸ ਕਰਮੋਂ ਨੂੰ ਜਿਸਨੇ ਤੁਤਰਮੋ ਤੋਂ ਪਾਰ ਛੋਟਾ ਕਰਮ ਕੀਤਾ ਹੈ। ਹਤੇ ਬਾਲ ਕਿਆ ਕਰਮੋ ਆਏ, ਆਖਦੇ ਨੇ
ਤੀਜੇ ਬਾਲਕ ਨੂੰ ਤੁਸ਼ ਹੋ ਜਾਂਦਾ ਤੇ ਉਸ ਦੇ ਹੱਥ ਦੇ ਵਿੱਚ ਕੀ ਆਣਾ ਸੀ। ਭਾਵ ਜੇ ਬਾਲਕ ਮਰ ਜਾਂਦਾ ਤੇ ਉਸ ਨੂੰ ਕੀ ਪ੍ਰਾਪਤ ਹੋਣਾ ਸੀ। ਇਹ ਤਰੀਆਂ ਜਿਹੜੀਆਂ ਨੇ ਉਸ ਨਦਰ ਦੀਆਂ ਇਸਤਰੀਆਂ ਨੇ ਇਸ ਤਰ੍ਹਾਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਹਨ। ਪਰਾ ਲਬਦ ਪਰ ਨਿਸ਼ਚੈ ਨਾਹਿਨ, ਇਹ ਆਖਦੀਆਂ ਨੇ ਕਰਮੋਂ ਨੂੰ ਆਪਣੀ ਪ੍ਰਾਲਬਧ ਤੋਂ ਪਾਪ ਪਿਛਲੇ ਕਰਮਾਂ ਤੇ ਨਿਸ਼ਚਾ ਨਹੀਂ ਹੈ। ਪਾਪ ਮਤੀ ਉਰ ਮਹਿ ਪ੍ਰਗਟਾਏ, ਇਹ ਪਾਪਾਂ ਦੇ ਮੱਤ ਵਾਲੀ ਭਾਵ ਉਸ ਦੀ ਮੱਤ ਦੇ ਵਿੱਚ ਪਾਪ ਭਰੇ ਨੇ ਤੇ ਹਿਰਦੇ ਦੇ ਵਿੱਚ ਬਹੁਤਾ ਤਪਟ ਹੈ। ਪਰਮੇਸ਼ਰ ਜਨ ਕੇਰ ਸਹਾਈ, ਜਿਸ ਮਨੁੱਖ ਦਾ ਜਿਨ੍ਹਾਂ ਦਾ ਪਰਮੇਸ਼ਵਰ ਆਪ ਸਹਾਇਤ ਹੋਵੇ। ਬੰਕਰੋ ਮਕੋ ਕਰ ਨਾ ਸਕਾਏ, ਇਹਨਾਂ ਦਾ ਕੋਈ ਵਾਲ ਵੀ ਵੀਂਦਾ ਨਹੀਂ ਤਰ ਸਕਦਾ ਹੈ। ਲਗਿਓ ਕਲੰਕ ਕੁਲੀ ਅਕਲੰਕ, ਇਹ ਆਖਦੇ ਨੇ ਇਸ ਅਤਲੰਤ ਤੁਲ ਨੂੰ ਭਾਵ ਜਿਸ ਤੁਲ ਨੂੰ ਜਿਹੜੀ ਕੁਲ ਕਲੰਤ ਤੋਂ ਰਹਿਤ ਸੀ ਉਸ ਨੂੰ ਹੁਣ ਤਲੰਤ ਰਾਜਣਾ ਕੀਤਾ ਹੈ। ਜੋ ਮਤ ਸਰ ਪਾਵਕ ਜਰਤ ਮਹਾਨ, ਇਹ ਆਖਦੇ ਨੇ ਜਿਹੜੀ ਕਰਮੋਂ ਹੈ ਉਹ ਈਰਖਾ ਦੀ ਆਦਤ ਦੇ ਨਾਲ ਹਿਰਦੇ ਵਿੱਚ ਸੜ ਵੱਢ ਗਈ ਹੈ। ਵੱਡੇ ਭਾਗ ਇਨਕੇ ਸਭ ਰੀਤੀ, ਇਹ ਵੱਡੇ ਭਾਗ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਾਰੇ ਤਰੀਕਿਆਂ ਦੇ ਨਾਲ। ਪਿਤਾ ਪ੍ਰੇਮ ਤੇ ਗੁਰਤਾ ਦਾਨ, ਇਹਨਾਂ ਨੇ ਆਪਣੇ ਪਿਤਾ ਤੋਂ ਦੁਰਤਾ ਦੱਦੀ ਖੋਈ ਨਹੀਂ, ਸਦੋਂ ਇਹਨਾਂ ਦੇ ਪਿਤਾ ਨੇ ਪ੍ਰੇਮ ਦੇ ਨਾਲ ਇਹਨਾਂ ਨੂੰ ਦੁਰਤਾ ਦੱਦੀ ਦੀ ਦਾਤ ਬਖਸ਼ਿਸ਼ ਦਿੱਤੀ ਹੈ। ਉੱਤਮ ਕਰਮ ਕਰਤ ਹੈ ਨਿਸ ਦਿਨ, ਕਿਉਂਕਿ ਇਹਨਾਂ ਦਾ ਸੁਭਾਅ ਸੀ ਕਿ ਰਾਤ ਦਿਨ ਇਹ ਉੱਤਮ ਧਰਮ ਸ੍ਰੇਸ਼ਟ ਧਰਮ ਕਰਦੇ ਸਨ। ਸਤਿਨਾਮ ਕੋ ਸਿਮਰਨ ਠਾਨ, ਇਹ ਸੱਚੇ ਨਾਮ ਦਾ ਸਤਿਨਾਮ ਦਾ ਨਿਤਾ ਪ੍ਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਿਮਰਨ ਕਰਦੇ ਸਨ। ਚਾਹੂ ਕੋ ਤੇ ਸਮ ਬਿਓਦ ਕੇ, ਤੇ ਚਾਰੇ ਭਾਵ ਕੋਨਿਆਂ ਤੋਂ ਸਮ ਪ੍ਰਮੋਦ ਤੇ ਭਾਵ ਚਾਰੇ ਕੋਨਿਆਂ ਤੋਂ ਬਦਲਾਂ ਦੀ ਨਿਆਈ ਜਿਹੜਾ ਇਹਨਾਂ ਦਾ ਜਸ ਹੈ। ਪਾਏ ਪ੍ਰਮੋਦ ਦੇਤ ਧਨ ਆਨ, ਇਹਨਾਂ ਦਾ ਜਸ ਇਤਨਾ ਹੈ ਕਿ ਚਾਰੇ ਕੋਨਿਆਂ ਤੋਂ ਬਦਲਾਂ ਦੀ ਨਿਆਈ ਸ਼ਾਹ ਸ਼ਾਹ ਤੇ ਸੰਦਤ ਆਉਂਦੀ ਹੈ ਤੇ ਆ ਤੇ ਇਹਨਾਂ ਨੂੰ ਵਡਿਆਈ ਦਿੰਦੀ ਧਨ ਅਤੇ ਬਹੁਤੀਆਂ ਭੇਟਾਂ ਇਹਨਾਂ ਨੂੰ ਭੇਟਾ ਕਰਦੀ ਹੈ। ਪਾਵਨ ਪਦ ਪੰਕਜ ਕੋ ਪੂਜਤ, ਤੇ ਇਹਨਾਂ ਦੇ ਜਿਹੜੇ ਪਾਵਨ ਪਵਿੱਤਰ ਚਰਨ ਨੇ ਕਮਲ ਸਵੀਤੇ ਚਰਨਾਂ ਨੂੰ ਪੂਜਦੀ ਹੈ। ਅਨਗਰ ਸੰਗਤ ਭੇਟ ਚੜਾਏ, ਅਨ ਦਿਨ ਇਹ ਸੰਗਤ ਆਉਂਦੀ ਹੈ ਚੜਾਉਂਦੀ ਇਹਨਾਂ ਦੇ ਚਰਨਾਂ ਦੇ ਵਿੱਚ। ਤਉ ਨ ਮਾਨ ਕਰਹਿ ਉਹ ਦੰਪਤ, ਜਿਹੜੀਆਂ ਬਹੁਤੀਆਂ ਇਸਤਰੀਆਂ ਨੇ ਆਖਦੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਮਾਤਾ ਦੰਦਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦੁਨੀਆ ਦੀ ਹਰ ਇੱਕ ਭੇਟਾ ਆਉਂਦੀ ਹੈ। ਚਾਰੇ ਕੋਨਿਆਂ ਦਾ ਹਰ ਇੱਕ ਮਨੁੱਖ ਆਤਰ ਤੇ ਇਹਨਾਂ ਦੇ ਚਰਨਾਂ ਦੇ ਵਿੱਚ ਝੁੱਟਦਾ ਹੈ। ਬਹੁਤੀ ਇਹਨਾਂ ਦੀ ਮਹਿਮਾ ਵਡਿਆਈ ਪ੍ਰਸ਼ੰਸਾ ਹੈ। ਫਿਰ ਵੀ ਜਿਹੜੇ ਦੰਪਤ ਨੇ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਮਾਤਾ ਦੰਦਾ ਜੀ ਨੇ ਕਿਸੇ ਵੀ ਪ੍ਰਕਾਰ ਦਾ ਹੰਕਾਰ ਨਹੀਂ ਤਾਰਦੇ ਹਨ। ਸਭ ਕੋ ਸੁਖ ਦੇ ਸਰਲ ਸੁਭਾਏ, ਸਾਰਿਆਂ ਨੂੰ ਸੌਖੇ ਤਰੀਕੇ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਕਰਾਉਂਦੇ ਹਨ। ਪ੍ਰਭ ਅਵਤਾਰ ਪੁੱਤਰ ਇਨ ਕੇਰਾ, ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਆਮ ਪੁੱਤਰ ਨਹੀਂ, ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ 6ਵੀਂ ਜੋਤ ਦਾ ਵਾਰਿਸ ਹੈ। ਮਹਿਮਾ ਸਭ ਮਹਿ ਕਹੀ ਸੁਨਾਏ, ਸਾਰਿਆਂ ਦੇ ਵਿੱਚ ਜਿਹੜੀ ਇਹ ਮਹਿਮਾ ਹੈ ਉਹ ਤਹਿ ਤਹਿ ਤੇ ਸੁਣਾਈ ਹੈ। ਭਾਵ ਦਾਈ ਦੇ ਵੱਲ ਇਸ਼ਾਰਾ ਕਰਦੇ ਨੇ ਕਿ ਦਾਈ ਨੇ ਜਿਹੜੀ ਇਹ ਸਾਰੀ ਮਹਿਮਾ ਹੈ ਪੁੱਤਰ ਦੀ ਤਹਿ ਤਹਿ ਤੇ ਸੁਣਾਉਣਾ ਦਿੱਤੀ ਹੈ। ਮੂਰਖ ਬੁਰਾ ਕੌਣ ਕਰ ਸਕਹੀ, ਤੇ ਜਿਹੜਾ ਮੂਰਖ ਹੈ ਜਿਹੜਾ ਮੂਰਖ ਵਿਅਕਤੀ ਹੈ ਉਹ ਕਿਸੇ ਅਵਤਾਰ ਦਾ ਕੀ ਬੁਰਾ ਕਰ ਸਕਦਾ ਹੈ। ਜਥਾ ਚੰਦ ਕੋ ਚੋਰ ਨਿਕਾਏ, ਭਾਈ ਸੰਤੋਖ ਸਿੰਘ ਜੀ ਉਦਾਹਰਣ ਦਿੰਦੇ ਨੇ ਜਿਸ ਤਰ੍ਹਾਂ ਕੋਈ ਚੋਰ ਜਿਹੜਾ ਚੰਦਰਮਾ ਹੈ ਬਹੁਤੀ ਰੋਸ਼ਨੀ ਪ੍ਰਕਾਸ਼ ਕਰਦਾ ਹੈ ਤੇ ਜਿਹੜੇ ਚੋਰ ਨੇ ਇਹਨਾਂ ਦਾ ਪਤਾ ਲੱਗ ਸਕੇ ਪਰ ਜਿਹੜੇ ਚੋਰ ਨੇ ਚੰਦਰਮੇ ਦਾ ਕੀ ਵਿਗਾੜ ਸਕਦੇ ਨੇ। ਇਸੇ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੰਦਰਮੇ ਦੀ ਨਿਆਈ ਨੇ ਤੇ ਜਿਹੜੇ ਦੁਸ਼ਟ ਨੇ ਕਰਮੂ ਹੈ ਅਤੇ ਜਿਹੜਾ ਪ੍ਰਤਿਆਏ ਚੋਰ ਦੀ ਨਿਆਈ ਨੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਬਾਲ ਹਰਗੋਬਿੰਦ ਸਾਹਿਬ ਜੀ ਦਾ ਕੀ ਵਿਗਾੜ ਸਕਦੇ ਹਨ। ਇਤੇ ਆਦਿਕ ਪ੍ਰਥੀਏ ਕੋ ਨੰਦਤ, ਇਤੇ ਆਦਿਕ ਜਿਹੜੀਆਂ ਇਸਤਰੀਆਂ ਨੇ ਬਹੁਤ ਹੀ ਪ੍ਰਤਿਆਏ ਨੂੰ ਨੰਦਦੀਆਂ ਨੇ ਭਾਵ ਬਹੁਤੀ ਨਿੰਦਿਆ ਕਰਦੀਆਂ ਨੇ ਉਸ ਦੀਆਂ। ਸ੍ਰੀ ਅਰਜਨ ਕੋ ਸਜਾਚ ਭਨੰਤ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ
ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਨ੍ਹਾਂ ਸ਼ਤਰੂਆਂ ਨੂੰ ਨਾਸ਼ ਕਰਦੇ ਹਨ। ਸੁਦਗਲ ਸੰਗ ਲਗਾਇਓ ਗੰਗਾ। ਤੇ ਮਾਤਾ ਦੰਦਾ ਜੀ ਨੇ ਜਦੋਂ ਇਹ ਸਾਰੀ ਜਿਹੜੀ ਵਾਰਤਾਲਾਪ ਸੁਣਨਾ ਕੀਤੀ ਤੇ ਆਪਣੇ ਬਾਲਕ ਨੂੰ ਪੁੱਤਰ ਜੀ ਨੂੰ ਆਪਣੇ ਕੰਠ ਦੇ ਨਾਲ ਗਲੇ ਦੇ ਨਾਲ ਲਾਇਆ ਹੈ। ਨੀਰ ਬਲੋਚਨ ਬੂੰਦ ਧਰੰਟ। ਬਹੁਤਾ ਜਿਹੜਾ ਨੀਰ ਤੋਂ ਭਾਵ ਜਲ ਹੈ, ਵਿਰਾਲ ਦਾ ਜਲ ਅੱਖਾਂ ਦੇ ਵਿੱਚੋਂ ਮਾਤਾ ਜੀ ਵਹਿੰਦੇ ਹਨ। ਜੀਤ ਮਹਾ ਭੈ ਭੀਤ ਭਈ ਪਿਖ। ਇਸ ਕਵਿਤੇ ਦੇ ਨਾਲ ਹਿਰਦੇ ਵਿੱਚ ਬਹੁਤਾ ਡਰ ਧਾਰਿਆ ਮਾਤਾ ਦੰਦਾ ਜੀ ਨੇ। ਕਯੋ ਸੋਤ ਦੀਨ ਹਿਰਦੇ ਪਛਤੰਤ। ਹਿਰਦੇ ਵਿੱਚ ਬਹੁਤਾ ਪਛਤਾਉਂਦੇ ਨੇ ਕਿ ਮੈਂ ਐਵੇਂ ਹੀ ਉਸ ਦਾਈ ਨੂੰ ਆਪਣਾ ਪੁੱਤਰ ਫੜਾ ਦਿੱਤਾ ਸੀ। ਸਤਰ ਸਰੀਕ ਵੱਡੇ ਦੁਰਚਾਰੀ। ਜਿਹੜੇ ਸ਼ਤਰੂ ਨੇ ਭਾਵ ਜਿਹੜੇ ਸਵਿਤਾ ਭਾਈਚਾਰਾ ਹੈ ਉਹ ਬਹੁਤੇ ਵੱਡੇ ਸ਼ਤਰੂ ਨੇ, ਬਹੁਤੇ ਵੱਡੇ ਵੈਰੀਅਨ। ਇਸ ਤਰ੍ਹਾਂ ਜਿਹੜੇ ਮਾਤਾ ਜੀ ਆਖਦੇ ਨੇ ਦੁਰਚਾਰੀ ਥੋਟੇ ਆਚਾਰ ਵਾਲੇ ਹਨ। ਕੀਨ ਕਪਟ ਕੋ ਨਹੀਂ ਲਖੰਤ। ਉਹਨਾਂ ਨੇ ਬਹੁਤਾ ਥੋਟਾ ਕਪਟ ਕੀਤਾ ਸੀ ਜਿਹੜਾ ਅਸੀਂ ਜਾਣ ਨਹੀਂ ਪਾਏ ਸਾਂ। ਕਹਿਓ ਦਾਸ ਕੋ ਪਾਸ ਅਪਰਾਧਹੁ। ਇਸ ਤਰ੍ਹਾਂ ਮਾਤਾ ਦੰਦਾ ਜੀ ਨੇ ਦਾਸ ਨੂੰ ਸੇਵਕ ਨੂੰ ਇਸ ਤਰ੍ਹਾਂ ਕਹਿਣਾ ਕੀਤਾ ਹੈ। ਜਗ ਗੁਰ ਕੋ ਸੁਧ ਦੇਹੁ ਸੁਨਾਏ। ਜਗਤ ਦੇ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਜਾਤ ਤੇ ਜਿਹੜੀ ਇੱਕ ਸਾਰੀ ਖਬਰ ਹੈ ਮਾਤਾ ਜੀ ਦੀ। ਮਾਤਾ ਜੀ ਆਖਦੇ ਨੇ ਬਾਲਕ ਦੀ ਜਿਤਨੀ ਵੀ ਖਬਰ ਹੈ ਤੀ ਦਾਸੀ ਵਾਲੀ, ਇਹ ਸਾਰੀ ਖਬਰ ਜਾਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੁਣਾ ਦੇਣਾ ਕਰੋ। ਸ੍ਰੀ ਨਾਨਕ ਨੇ ਪੁੱਤਰ ਬਚਾਇਆ ਹੋ। ਇਹ ਆਖਣਾ ਕਰੋ ਤੀ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਡੇ ਬਾਲ ਹਰਗੋਬਿੰਦ ਜੀ ਦੀ ਰੱਖਿਆ ਕੀਤੀ, ਇਹਨਾਂ ਨੂੰ ਬਚਾ ਲੈਣਾ ਕੀਤਾ ਹੈ। ਲਾਹੇ ਤਾਂ ਹਤਿਓ ਹੋ ਛਲ ਲਾਏ। ਨਹੀਂ ਤਾਂ ਛਲ ਦੇ ਨਾਲ ਤੁਹਾਡੇ ਭਰਾ ਨੇ ਸਾਡੇ ਪੁੱਤਰ ਨੂੰ ਮਰਵਾ ਦੇਣਾ ਸੀ, ਸਾਡੇ ਪੁੱਤਰ ਦਾ ਨਾਸ਼ ਹੋ ਜਾਣਾ ਸੀ। ਅੰਗਣ ਮ੍ਰਿਤਕ ਧਾਏ ਕੋ ਦੇਖੋ। ਤੇ ਅੰਦਨ ਤੋਂ ਭਾਵ ਦੁਰਮਤ ਪਿਆਰਿਓ, ਅੰਦਨ ਤੋਂ ਭਾਵ ਜਿਹੜਾ ਅੰਦਨ ਤੋਂ ਭਾਵ ਦੁਰਮਤ ਪਿਆਰਿਓ ਵੇੜਾ ਹੈ ਉਸ ਦੇ ਵਿੱਚ ਜਾ ਤੇ ਉਸ ਦਾਈ ਨੂੰ ਵੇਖਣਾ ਕਰੋ। ਸੋਧ ਸਭ ਕਹੀ ਗਗਨ ਮਹਿ ਜਾਏ। ਉਸ ਦਾਈ ਦੀ ਆਤਮਾ ਨੇ ਦਦਨ ਤੋਂ ਭਾਵ ਆਕਾਸ਼ ਦੇ ਵਿੱਚ ਜਾ ਤੇ ਸਾਰੀ ਜਿਹੜੀ ਖਬਰ ਹੈ ਜਾ ਤੇ ਦੱਸਣਾ ਕੀਤੀ ਹੈ। ਦੀਨ ਕਲੰਕ ਭਰਾਤ ਇਹ ਤੁਮਰੇ। ਜਿਹੜੇ ਤੁਹਾਡੇ ਭਰਾ ਨੇ ਬਹੁਤੇ ਕਲੰਕੀ ਹਨ, ਇਹਨਾਂ ਨੇ ਤੁਲ ਨੂੰ ਕਲੰਕ ਲਾਇਆ ਹੈ। ਜੋ ਹਮ ਕੋ ਨਹੀਂ ਦੇਖ ਸਕਾਏ। ਜਿਹੜੇ ਸਾਨੂੰ ਦੇਖ ਨਹੀਂ ਸਕਦੇ ਭਾਵ ਗੁਰੂ ਧਰ ਦੀ ਮਹਿਮਾ ਨੂੰ, ਗੁਰੂ ਧਰ ਦੀ ਬਹੁਤੀ ਪ੍ਰਸ਼ੰਸਾ ਵਡਿਆਈ ਨੂੰ ਜਿਹੜੇ ਤੁਹਾਡੇ ਭਾਈਚਾਰੇ ਨੇ ਪ੍ਰਤੀ ਆ ਉਹ ਵੇਖ ਨਹੀਂ ਸਕਦਾ ਹੈ। ਪੂਰੀ ਉਜਾਰੇ ਗ੍ਰਾਮ ਬਸੇ ਹਮ। ਆਪ ਜੀ ਦੇ ਤਹਿਣ ਤੇ ਅਸੀਂ ਰਾਮਦਾਸ ਨਦਰ ਤੋਂ ਆਤ ਤੇ ਵਡਾਲੀ ਨਦਰ ਦੇ ਵਿੱਚ ਵਸੇ ਹਾਂ। ਤੁਹਾਡੇ ਭਰਾ ਨੇ ਦੁਸ਼ਮਣਾਂ ਨੂੰ ਤਹਿ ਤੇ ਸਾਡਾ ਜਿਹੜਾ ਰਾਮਦਾਸ ਨਦਰ ਸੀ ਉਹ ਵੀ ਉਜਾੜ ਦਿੱਤਾ ਤੇ ਹੁਣ ਆਤ ਤੇ ਅਸੀਂ ਵਡਾਲੀ ਨਦਰ ਦੇ ਵਿੱਚ ਵਾਸਾ ਕੀਤਾ ਹੈ। ਤਉ ਨ ਬੈਰ ਤਜਹੇ ਅਗਵੰਤ। ਜਿਹੜਾ ਪਾਪੀ ਤੁਹਾਡਾ ਭਰਾ ਪ੍ਰਿਥਿਆ ਹੈ ਉਹ ਬੈਰ ਨੂੰ ਨਹੀਂ ਛੱਡਦਾ ਹੈ। ਨਿਜ ਕੁਲ ਕੋ ਪੁਨ ਬਾਲਕ ਬੈਕੋ। ਨਿਜ ਕੁਲ ਭਾਵ ਆਪਣੀ ਕੁਲ ਦੇ ਵਿੱਚ ਹੀ ਤੇ ਦੂਸਰੀ ਦਾਲ ਬਾਲਕ ਦੀ ਉਮਰ ਦੇ ਵਿੱਚ। ਹਤਨ ਪਾਪ ਕੋ ਨਹੀਂ ਲਖੰਤ। ਆਪਣੀ ਕੁਲ ਦੇ ਵਿੱਚ ਆਪਣੇ ਹੀ ਪੁੱਤਰ ਨੂੰ ਭਾਵ ਰਿਸ਼ਤੇਦਾਰੀ ਦੇ ਵਿੱਚ ਬਾਲਕ ਨੂੰ ਮਾਰਨਾ ਚਾਹੁੰਦਾ, ਇਸ ਦਾ ਪਾਪ ਨਹੀਂ ਜਾਣਦਾ ਹੈ। ਇੱਕ ਬੁਰਿਆਈ ਸਾਥ ਪ੍ਰੀਤ ਹੈ। ਆਖਦੇ ਨੇ ਮਾਤਾ ਦੰਦਾ ਜੀ ਜਿਹੜੀ ਪ੍ਰਿਥੀ ਦੀ ਤਰਮੋ ਦੀ ਪ੍ਰੀਤੀ ਹੈ, ਪ੍ਰੇਮ ਹੈ, ਇਹ ਬੁਰਾਈ ਦੇ ਨਾਲ ਹੈ। ਹਮ ਤਿਸ ਕੋ ਨਹੀਂ ਬੁਰਾ ਕਰੰਤ। ਅਸੀਂ ਉਹਨਾਂ ਦਾ ਕਿਸੇ ਵੀ ਪ੍ਰਕਾਰ ਨਾਲ ਕੋਈ ਬੁਰਾ ਨਹੀਂ ਕਰਾਂਗੇ। ਇਹ ਤਾਂ ਦਰਮਤ ਪਿਆਰਿਓ ਮਾਤਾ ਦਾ ਬੱਚੇ ਨੂੰ ਜ਼ਹਿਰ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮਾਤਾ ਦੀ ਬਹੁਤੀ ਮਮਤਾ ਹੁੰਦੀ ਜੇ ਉਸ ਦੇ ਬੱਚੇ ਨੂੰ ਇੱਕ ਲਤੀਫ ਜਿੰਨੀ ਚੋਟ ਵੀ ਆ ਜਾਵੇ ਤੇ ਜਿਹੜੀਆਂ ਮਾਤਾਵਾਂ ਨੇ ਬਹੁਤਾ ਰੌਲਾ ਪਾਉਂਦੀਆਂ ਨੇ, ਲੜਨ ਤੱਕ ਜਾਂਦੀਆਂ ਨੇ, ਉਸ ਨੂੰ ਮਾਰਨ ਤੱਕ ਜਾਂਦੀਆਂ ਨੇ। ਪਰ ਇਹੋ ਜੇ ਮਾਤਾ ਦੰਦਾ ਜੀ ਜ਼ਹਿਰ ਲਾ ਤੇ ਦਾਈ ਨੇ ਮਾਰਨਾ ਚਾਹਿਆ, ਪਰ ਮਾਤਾ ਦੰਦਾ ਜੀ ਆਖਦੇ ਨੇ ਜੋ ਹੋਇਆ ਸੋ ਹੋਇਆ, ਪਰ ਅਸੀਂ ਉਸ ਦਾ ਕਿਸੇ ਵੀ ਪ੍ਰਕਾਰ ਦੇ ਨਾਲ ਬੁਰਾ ਨਹੀਂ ਲੋਚਾਂਦੇ। ਜਾਹੋ ਛਪਰ ਘਰ ਆ ਨਹੁ ਹੈ ਰਹੇ। ਇਹ ਛੇਤੀ ਦੇ ਨਾਲ ਜਾਣਾ ਕਰੋ
ਤੇ ਜਾਤ ਤੇ ਬਾਲ ਹੈ ਗੋਬਿੰਦ ਜੀ ਦੀ ਜਿਹੜੀ ਸ਼ੋਧ ਹੈ ਦੇਣਾ ਕਰੋ। ਆਤ ਉਤਪਾਤ ਅਦਿਕ ਦੁਖਵੰਤ ਜਿਹੜੀ ਬਹੁਤੀ ਦੁਖਦਾਈ ਤਬ ਹੈ ਪਾਪਾਂ ਵਾਲੀ ਤਬ ਹੈ ਜਾਤ ਤੇ ਦੇਣਾ ਕਰੋ। ਸੁਨਤ ਦਾਸ ਗੌਰਵ ਗੁਰ ਪਾਸਹੇ ਕਰਕੇ ਜਿਹੜਾ ਦਾਸ ਸੀ ਜਿਸ ਨੂੰ ਮਾਤਾ ਜੀ ਨੇ ਸਾਵੀ ਦਲ ਦੱਸੀ ਤੀ ਇਹ ਖਬਰ ਜਾਤ ਤੇ ਦਸਣਾ ਤੋਂ ਬਹੁਤੀ ਛੇਤੀ ਦੇ ਨਾਲ ਬਹੁਤੀ ਕਾਲੀ ਦੇ ਨਾਲ ਗੁਰੂ ਜੀ ਦੇ ਵੱਲ ਭੱਜਾ ਹੈ। ਵਹਿ ਵਿਰਾਜਤ ਹੈ ਜਿਸ ਸਥਾਨ ਇਸ ਸਥਾਨ ਤੇ ਗੁਰੂ ਸਾਹਿਬ ਜੀ ਮਹਿਲਾ ਤੋਂ ਬਾਹਰ ਵਿਰਾਜਮਾਨ ਹਨ। ਕਿਰਪਾ ਨਿਧਾਨ ਕਹਾਹੋ ਬੈਠੇ ਆਤ ਦਾ ਤ੍ਰਿਪਾਲੂ ਸਤਿ ਸੱਚੇ ਪਾਤਸ਼ਾਹ ਜੀ ਨਿਧਾਨ ਤੋਂ ਪਾਵਤ ਜਾਣੇ ਕਿਰਪਾ ਦੇਖ ਜਾਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਿਸ ਸਥਾਨ ਤੇ ਬੈਠੇ ਹੋ। ਕਾਰਜ ਬਿਗਰੇ ਹੋ ਤੋ ਮਹਾਨ ਬਹੁਤਾ ਮਹਾਨ ਤਾਵਿਜ ਵੱਡਾ ਤਾਵਿਜ ਵਿਦੜ ਜਾਣਾ ਕੀਤਾ ਅਜ ਤਾਂ। ਸਤਿਗੁਰ ਰਾਖਿਓ ਬੰਸ ਤੁਮਾਰੋ ਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਪੁੱਤਰ ਨੂੰ ਪਾਲ ਤੁਹਾਡੀ ਬੰਸ ਦੇ ਵਿੱਚ ਜਿਸ ਤਰਤੇ ਤੁਹਾਡੀ ਬੰਸ ਵਧਨੀ ਸੀ ਤੁਹਾਡੇ ਪੁੱਤਰ ਤਰਤੇ ਉਸ ਨੂੰ ਸਗਲ ਪ੍ਰਸੰਗ ਸੋ ਕੀਨ ਬਖਾਨ ਜਿਹੜਾ ਪੁੱਤਰ ਨੂੰ ਮਾਰਨ ਦਾ ਪਾਵਦਾਈ ਨੇ ਪੁੱਤਰ ਨੂੰ ਮਾਰਨਾ ਚਾਹਿਆ ਇਹ ਜਿਹੜਾ ਸਾਰਾ ਹੀ ਪਸੰਦ ਹੈ ਇਹ ਦੱਸਣਾ ਕੀਤਾ ਹੈ। ਸੁਣਤ ਉਠੇ ਗੁਰ ਅਰਜਨ ਆਏ ਸੁਣ ਕਰਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੇ ਤਖਤਾਂ ਤੋਂ ਉੱਠੇ ਹਨ ਤੇ ਉੱਠ ਤਰਤੇ ਧਰ ਦੇ ਵੱਲ ਮਹਿਲਾਂ ਦੇ ਵੱਲ ਆਏ ਹਨ। ਕੁਛ ਸੇਵਕ ਸਿੱਖ ਸੰਗ ਸੋ ਆਨ ਬਹੁਤੇ ਜਿਹੜੇ ਸੇਵਕ ਨੇ ਸਿੱਖ ਨੇ ਗੁਰੂ ਸਾਹਿਬ ਜੀ ਦੇ ਨਾਲ ਹਨ। ਪਰੀ ਅਰਜ ਮਹਿਤਾਏ ਮ੍ਰਿਤਕ ਹੋਆ ਪਿਆਰੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਆਏ ਨੇ ਤੇ ਛੇਤੀ ਦੇ ਨਾਲ ਆਤਰ ਤੇ ਵੇਖਿਆ ਤੇ ਵਿਹੜੇ ਦੇ ਵਿੱਚ ਜਿਹੜੀ ਦਾਈ ਹੈ ਮਰੀ ਪਈ ਹੈ। ਕਹਿ ਗਿਰਵਾਈ ਵਹਿਰ ਉਜਾਰ ਤਹਿਤ ਤੇ ਸਿੱਖਾਂ ਤੋਂ ਦਾਈ ਨੂੰ ਬਾਹਰ ਸੁੱਟਣਾ ਕੀਤਾ ਪਾ ਬਾਹਰ ਇੱਕ ਬੰਨੇ ਰੱਖਿਆ ਹੈ। ਸ੍ਰੀ ਨਾਨਕ ਰਛਕ ਹੈ ਹਮਰੇ ਆਤ ਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਹਿਲੇ ਪਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਡੀ ਰੱਖਿਆ ਕਰਨ ਵਾਲੇ ਰਖਸ਼ਕ ਹਨ। ਘਰ ਬਾਹਰ ਸੰਗਾ ਇਕਸਾਰ ਇਹਨਾਂ ਨੇ ਸਾਡੇ ਧਰ ਦੇ ਵਿੱਚ ਤੇ ਬਾਹਰ ਭਾਵ ਵਡਾਲੀ ਨਦਰ ਦੇ ਵਿੱਚ ਵੀ ਸਾਡੀ ਰੱਖਿਆ ਕਰਦੇ ਨੇ ਤੇ ਰਾਮਦਾਸ ਨਦਰ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ ਹੈ। ਕੋਪ ਬੁਰਾ ਨਰ ਬੁਰਾ ਕਰਹਿ ਜੋ ਇਹੋ ਜਿਹਾ ਜਿਹੜਾ ਪਾਪੀ ਮੁਰਾ ਜੋ ਜਿਹੜਾ ਪਾਪੀ ਹੈ ਬੁਰਾ ਹੈ ਜੋ ਸਾਡੇ ਤਾਈਂ ਬੁਰਾ ਕਰਦਾ ਹੈ। ਜਬ ਇੱਕ ਸਵਾਮੀ ਰਾਖਨ ਹਾਰ ਉਸ ਦਾ ਬੁਰਾ ਕੀਤਾ ਹੋਇਆ ਸਾਡੇ ਤੇ 30 ਪ੍ਰਭਾਵ ਪਾਵੇਗਾ ਜਦੋਂ ਸਾਡਾ ਰੱਖਿਤ ਇਤ ਸਵਾਮੀ ਹੈ ਇਤ ਮਾਲਕ ਹੈ। ਉਮਗ ਪ੍ਰੇਮ ਤੇ ਸ਼ਬਦ ਬਣਾਇਆ ਤੇ ਪ੍ਰੇਮ ਦੇ ਨਾਲ ਪ੍ਰੇਮ ਦੀ ਲਹਿ ਉੱਠੀ ਹੈ ਤੇ ਇਤ ਸ਼ਬਦ ਇਤ ਪੰਕਤੀਆਂ ਦੇ ਨਾਲ ਜੁੜਿਆ ਹੋਇਆ ਸ਼ਬਦ ਬਣਾਉਣਾ ਕੀਤਾ ਹੈ। ਸੁੰਦਰ ਆਸਾ ਰਾਗ ਮਝਾਰ ਆਸਦੇ ਨੇ ਤਵੀ ਪਈ ਸੰਤੋਖ ਸੰਜੀ ਸੁੰਦਰ ਸ਼ਬਦ ਹੈ ਆਸਾ ਰਾਗ ਦੇ ਅੰਦਰ। ਸ੍ਰੀ ਮੁਖ ਵਾਕ ਪੰਜਮ ਪਾਤਸ਼ਾਹ ਜੀ ਵਡਿਆਈ ਦਾ ਸ਼ਬਦ ਆਸਦੇ ਨੇ ਸ਼੍ਰੋਮਣੀ ਮੁੱਖ ਦੇ ਦੁਆਰਾ। ਆਸਾ ਮਹੱਲਾ ਪੰਜਵਾ ਆਸਾ ਰਾਗ ਦੇ ਅੰਦਰ ਮਹੱਲਾ ਫਾਰਸੀ ਦਾ ਲਫ਼ਜ਼ ਹੈ ਮਹੱਲੇ ਤੋਂ ਭਾਵ ਸ਼ਬੀਰ ਪੰਜਵੇਂ ਸ਼ਬੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਗੁਰ ਪੂਰੇ ਰਾਖਿਆ ਦੇ ਹਾਥ ਗੁਰੂ ਨੇ ਆਪਣਾ ਹੱਥ ਦੇ ਤਰਤੇ ਸਾਡੇ ਬਾਲਕ ਦੀ ਰੱਖਿਆ ਕੀਤੀ ਹੈ। ਪ੍ਰਗਟ ਭਇਆ ਜਨ ਕਾ ਪ੍ਰਤਾਪ ਦਾਸ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਨੇ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਪ੍ਰਗਟ ਹੋਇਆ ਦੁਨੀਆ ਦੇ ਵਿੱਚ। ਗੁਰ ਗੁਰ ਜਪੀ ਗੁਰੂ ਗੁਰ ਧਿਆਈ ਗੁਰੂ ਗੁਰੂ ਤਹਿ ਤਰਤੇ ਜਪਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਗੁਰੂ ਗੁਰੂ ਤਰਤੇ ਧਿਆਇਆ ਹੈ। ਜੀਅ ਕੀ ਅਰਦਾਸ ਗੁਰੂ ਪਹਿ ਪਾਈ ਉਸ ਮਨੁੱਖ ਦੀ ਅਰਦਾਸ ਗੁਰੂ ਸਾਹਿਬ ਜੀ ਨੇ ਸੰਪੂਰਨ ਕੀਤੀ ਪੂਰੀ ਕੀਤੀ ਹੈ। ਰਹਾਉ ਰਾਮ ਦੇ ਤਰਤੇ ਗੁਰੂ ਸਾਹਿਬ ਜੀ ਅੱਧੇ ਬਖਸ਼ਿਸ਼ ਕਰਦੇ ਹਨ। ਸ਼ਰਨ ਪਰੇ ਸਾਚੇ ਗੁਰਦੇਵ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਆਦਤ ਤੇ ਪੈ ਗਿਆ। ਪੂਰਨ ਹੋਈ ਸੇਵਕ ਸੇਵ ਜਿਸ ਨੇ ਆਦਤ ਤੇ ਇਸ ਦਰ ਤੇ ਸੇਵਾ ਕੀਤੀ ਉਸ ਦੀ ਸੇਵਾ ਭਾਵ ਜਿਹੜੀ ਉਸ ਦੀ ਮਨੋਕਾਮਨਾ ਹੈ ਉਹ ਪੂਰੀ ਹੋਈ ਹੈ। ਜੀਉ ਪਿੰਡ ਜੋਬਨ ਰਾਖੈ ਪ੍ਰਾਨ ਤਾਲ ਪੁਰਖ ਵਾਹਿਗੁਰੂ ਇਹੋ ਜਿਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਬਾਲਕ ਦੀ ਜੀਓ ਤੋਂ ਭਾਵ ਜਿਹੜੀ ਆਤਮਾ ਹੈ ਪਿੰਡ ਤੋਂ ਭਾਵ ਸ਼ਰੀਰ ਜੋਬਨ ਤੋਂ ਭਾਵ ਜਵਾਨੀ
ਤੇ ਪ੍ਰਾਣ ਤੋਂ ਭਾਵ ਸਵਾਸ ਇਹਨਾਂ ਸਾਰਿਆਂ ਦੀ ਰੱਖਿਆ ਕੀਤੀ। ਇਹਨਾਂ ਸਾਰਿਆਂ ਨੂੰ ਆਪ ਹੱਥ ਦੇ ਤਲ ਤੇ ਰੱਖਿਆ ਹੈ। ਕਹੋ ਨਾਨਕ ਗੁਰ ਕਉ ਕੁਰਬਾਨ। ਪੰਚਮ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖਦੇ ਇਹੋ ਜਿਹੇ ਮਹਾਨ ਗੁਰੂ ਤੋਂ ਬਾਹਰ ਨੇ ਜਾਓ, ਤੋਂ ਬਾਹਰ ਨੇ ਜਾਓ। ਦੋਹਰਾ ਏਮ ਸ੍ਰੀ ਨਾਨਕ ਕੀ ਮਹਾ ਕਹੀ ਬੜਾਈ ਚਾਰ। ਇਸ ਤਰ੍ਹਾਂ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਹੁਤ ਹੀ ਵਡਿਆਈ, ਸੁੰਦਰ ਵਡਿਆਈ ਰਹੀ ਹੈ। ਪਠੇ ਜੋ ਚਤਵਹਿ ਚਰਤ ਗੁਰ ਤਰਾਸ ਨਾ ਕਿਤ ਤੇ ਧਾਰ। ਜਿਹੜਾ ਵੀ ਇਸ ਵਡਿਆਈ ਨੂੰ ਪੜ੍ਹੇਗਾ, ਸੁਣੇਗਾ, ਉਸ ਦੇ ਹਿਰਦੇ ਦੇ ਕਿਸੇ ਵੀ ਪ੍ਰਕਾਰ ਦਾ ਡਰ ਉਸ ਨੂੰ ਨਹੀਂ ਲੱਦੇਗਾ। ਕਬਿਤ ਭਇਓ ਅਸ ਕਉਤਕ ਬਿਸਮ ਰਹੇ ਲੋਕ ਸਭ। ਇਸ ਤਰ੍ਹਾਂ ਜਿਹੜਾ ਇਹ ਤੌਤਤ ਵਰਤਿਆ ਹੈ, ਸਾਰੇ ਹੀ ਜਿਤਨੇ ਵੀ ਮਨੁੱਖ ਨੇ ਵਡਾਲੀ ਨਦਰ ਦੇ ਇਤਿਆਰਿਤ ਹੋਰ ਨਦਰਾਂ ਦੇ ਸਾਰੇ ਬਹੁਤੇ ਹੈਰਾਨ ਹੋਏ ਹਨ। ਪੁੱਤਰ ਕੋ ਬਿਲੋਕ ਭਏ ਦੰਪਤ ਆਨੰਦ ਅਤ। ਪੁੱਤਰ ਨੂੰ ਵੇਤਦੇ ਨੇ ਤੇ ਪੁੱਤਰ ਬਚ ਜਾਣਾ ਤੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਤੇ ਮਾਤਾ ਦੰਦਾ ਜੀ ਬਹੁਤੇ ਪ੍ਰਸੰਨ ਹਨ। ਕੀਨਸ ਕਰਾਹੋ ਬਾਂਡ ਦੀਨਸ ਉਛਾਹ ਕਰ। ਖੁਸ਼ੀ ਦੇ ਨਾਲ ਤੀਨਸ ਤਰਾਹੋ ਉਸ ਸਮੇਂ ਤੜਾ ਪ੍ਰਸ਼ਾਦ ਦੀ ਦੇਰ ਤਿਆਰ ਕੀਤੀ ਤੇ ਖੁਸ਼ੀ ਦੇ ਨਾਲ ਸਾਰਿਆਂ ਨੂੰ ਵਰਤਾਈ ਹੈ। ਸਗਰੇ ਗੁਰਨ ਕੋ ਲੈ ਕਰ ਨਾਮ ਧਿਆਨ। ਤੇ ਸਾਰੇ ਦਰਾਂ ਦਾ ਹਿਰਦੇ ਦੇ ਵਿੱਚ, ਚਿੱਤ ਦੇ ਵਿੱਚ ਨਾਮ ਧਾਰਨ ਕਰਤੇ ਸਾਰੇ ਦਰਾਂ ਨੂੰ ਯਾਦ ਕਰਤੇ ਤੜਾ ਪ੍ਰਸ਼ਾਦ ਦੀ ਦੇਰ ਵਰਤਾਈ ਹੈ। ਰਹਿਣ ਦਿਨ ਰੰਛਕ ਦੁਰਜਨ ਗਤ ਪੰਛਦ ਬਿਲਾਸ। ਰਾਤ ਦਿਨ ਰੱਛਿਤ ਭਾਵ ਗੁਰੂ ਸਾਹਿਬ ਦੀ ਰੱਖਿਆ ਕਰਨ ਵਾਲੇ ਨੇ ਤੇ ਦੁਰਜਨ ਤੋਂ ਭਾਵ ਜਿਹੜੇ ਥੋਟੇ ਮਨੁੱਖ ਨੇ, ਸਾਡੇ ਦੁਸ਼ਮਣ ਨੇ, ਉਹਨਾਂ ਨੂੰ ਪਛਤ ਤੋਂ ਭਾਵ ਨਾਸ਼ ਕਰਨ ਵਾਲੇ ਹਨ। ਵਿਸਾਲ ਜਸ ਸੰਛਕ ਜੋ ਸੇਵਕ ਵਛਲ ਚਿਤ। ਇਹੋ ਜਿਹੇ ਮਹਾਨ ਗੁਰੂ ਦਾ ਨਿਰਮਲ ਜਿਹੜਾ ਜਸ ਹੈ ਉਹ ਮਹਾਨ ਹੈ, ਬੇਅੰਤ ਹੈ, ਜਿਹੜੇ ਸੇਵਕਾਂ ਦੇ ਚਿੱਤ ਨੂੰ ਭਾਉਣ ਵਾਲੇ ਹਨ। ਹਿਰਦੇ ਮੈਂ ਆਰਾਧ ਤੇ ਸਗਲ ਸੁਖ ਲਾਦ ਤੇ। ਇਹੋ ਜਿਹੇ ਗੁਰੂ ਨੂੰ ਅਸੀਂ ਸਦਾ ਹੀ ਹਿਰਦੇ ਦੇ ਵਿੱਚ ਆਰਾਧਦੇ ਹਾਂ। ਸਤਲ ਸਦੁਲਾਦ ਤੇ ਭਾਵ ਸਾਰੇ ਸੁੱਖਾਂ ਨੂੰ ਉਸ ਗੁਰੂ ਨੂੰ ਆਰਾਧ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਦੇ ਹਾਂ। ਅਨੇਕ ਬਾਧਾ ਬਾਧ ਤੇ ਸਦੀਵ ਸਤ ਨਾਮ ਹਿਤ। ਸਦਾ ਹੀ ਆਪਣੀ ਪੀੜਾ ਨੂੰ ਦੂਰ ਕਰਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਸਾਡੀ ਪੀੜਾ ਨੂੰ ਦੂਰ ਕਰਦਾ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਾਂ। ਸਵਈਆ ਗੰਗ ਅਨੰਦ ਸੋ ਨੰਦਨ ਕੋ ਪ੍ਰਤਪਾਰੜ ਹੋਏ ਸੁਚੇਤ ਸਦਾ। ਇਸ ਤਵੀਤੇ ਦੇ ਨਾਲ ਮਾਤਾ ਦੰਦਾ ਜੀ ਬਹੁਤੇ ਆਨੰਦ ਦੇ ਸਹਿਤ ਆਪਣੇ ਪੁੱਤਰ ਦੀ ਪ੍ਰਤਪਾਲਨਾ ਕਰਦੇ ਨੇ, ਬਹੁਤੇ ਸੁਚੇਤ ਹੋ ਕਰਦੇ। ਮੰਦਰ ਅੰਦਰ ਸੁੰਦਰ ਪਾਲਨਾ। ਮੰਦਰ ਦੇ ਵਿੱਚ ਭਾਵ ਘਰ ਦੇ ਵਿੱਚ ਸੁੰਦਰ ਤਵੀਤੇ ਦੇ ਨਾਲ ਪੰਦੁਰੇ ਦੇ ਵਿੱਚ ਪਾਤ ਤੇ ਮਾਤਾ ਦੰਦਾ ਜੀ ਲਾਲਤ ਲਾਲ ਝੁਲਾਏ ਤਦਾ। ਬਹੁਤੇ ਲਾਡ ਲੜਾਉਂਦੇ ਨੇ ਤੇ ਬਾਲਕ ਨੂੰ ਝੂਟਾ ਦਿੰਦੇ ਹਨ। ਨਾਰਣ ਬ੍ਰਿੰਦ ਮੈਂ ਨਾ ਕਥ ਲਿਆਵਤ। ਕਦੀ ਵੀ ਦੁਰਮਤ ਪਿਆਰਿਓ ਮਾਤਾ ਦੰਦਾ ਜੀ ਬਹੁਤੀਆਂ ਇਸਤਰੀਆਂ ਦੇ ਵਿੱਚ ਤਦੀ ਵੀ ਆਪਣੇ ਬਾਲਕ ਨੂੰ ਨਹੀਂ ਲਿਆਉਂਦੇ ਹਨ। ਦੇਖਤ ਡੀਗ ਡੀਠ ਲਗੈ ਨਾ ਕਦਾ। ਇਹ ਸੋਚਦੇ ਨੇ ਜੇ ਅਸੀਂ ਬਹੁਤਿਆਂ ਦੇ ਵਿੱਚ ਲਿਆਵਾਂਗੇ ਤੇ ਇਸ ਨੂੰ ਨਜ਼ਰ ਨਾ ਲੱਗ ਜਾਣਾ ਤਵੇ। ਕਾਮਨ ਕੋ ਕਰ ਜਾਏ ਨਹੀਂ। ਤੇ ਇਸ ਤਵੀਤੇ ਦੇ ਨਾਲ ਬਹੁਤੀਆਂ ਇਸਤਰੀਆਂ ਦੇ ਤੋਂ ਲੈ ਤੇ ਨਹੀਂ ਜਾਂਦੇ ਤੇ ਇਸ ਨੂੰ ਕੋਈ ਟੋਣਾ ਨਾ ਕਰ ਦੇਣਾ ਤਵੇ। ਰਖਵਾਰ ਰਹੋ ਗੁਰ ਰੂਪ ਸਦਾ। ਇਹ ਬਹੁਤੇ ਖੁਸ਼ ਰਹਿੰਦੇ ਹਨ ਆਪਣੇ ਪੁੱਤਰ ਦੇ ਨਾਲ ਤੇ ਉਹਨਾਂ ਸਾਰਿਆਂ ਤੋਂ ਦੂਰ ਰੱਖਦੇ ਹਨ। ਤਾਂ ਤੇ ਕਰੇ ਜਲ ਮੰਜਨ ਕੋ। ਤੇ ਉਸ ਸਮੇਂ ਮਾਤਾ ਜੀ ਆਪਣੇ ਪੁੱਤਰ ਨੂੰ ਨਿਤਾ ਪ੍ਰਤੀ ਆਪਣੇ ਪੁੱਤਰ ਦੇ ਸਰੀਰ ਨੂੰ ਜਲ ਦੇ ਨਾਲ ਇਸ਼ਨਾਨ ਕਰਾਉਂਦੇ ਹਨ। ਮੁਖ ਚਾਰ ਪਖਾਰਤ ਲਾਲਤ ਹੈ। ਆਪਣੇ ਪੁੱਤਰ ਦੇ ਮੁੱਖ ਨੂੰ ਚੰਦੀ ਤਰੀਕੇ ਦੇ ਨਾਲ ਸਾਫ਼ ਕਰਦੇ ਹਨ, ਜਿਨ੍ਹਾਂ ਦੇ ਮੁੱਖ ਤੇ ਬਹੁਤੀ ਲਾਲੀ ਹੈ। ਪਹੁੰਚਤ ਸੂਖਮ ਚੀਰ ਗਹੇ। ਬਹੁਤੇ ਸੂਖਮ ਤੋਂ ਪਤਲੇ ਤਪੜੇ ਦੇ ਨਾਲ ਮਾਤਾ ਜੀ ਬਾਲ ਹਰਗੋਬਿੰਦ ਸਾਹਿਬ ਜੀ ਦੇ ਮੁਖੜੇ ਨੂੰ ਚੰਦੀ ਤਵੀਤੇ ਦੇ ਨਾਲ ਪੂੰਝਦੇ ਹਨ। ਪਟ ਸੁੰਦਰ ਫੇਰ ਉਡਾਲਤ ਹੈ। ਉਸ ਤੋਂ ਉਪਰੰਤ ਮਾਤਾ ਜੀ ਸੁੰਦਰ ਤਪੜੇ, ਸੁੰਦਰ ਬਸਤਰ ਉਹਨਾਂ ਦੇ ਸਰੀਰ ਤੇ ਧਾਰਨ ਕਰਾਉਂਦੇ ਹਨ। ਬਾਗ ਨਖਾ ਮੜ ਕੰਕਨ ਤੇ। ਉਸ ਸਮੇਂ ਮਾਤਾ ਜੀ ਨੇ ਸ਼ੇਰ ਦਾ ਨਹੁੰ
ਸੋਨੇ ਦਾ ਬਣਾ ਤਾ ਤੇ ਉਹਨਾਂ ਦੇ ਦਲ ਦੇ ਵਿੱਚ ਮਖਤੂਲ ਗਰੇ ਮਹਿ ਡਾਲਤ ਹੈ। ਉਹਨਾਂ ਦੇ ਦਲ ਦੇ ਵਿੱਚ ਪਾਇਆ ਹੈ ਤੇ ਮਸਤੂਲ ਤੋਂ ਪਾਵ ਰੇਸ਼ਮ ਦੀ ਡੋਰੀ ਪਾਈ ਹੈ। ਯਾਉ ਦਿਨ ਕੇਤਕ ਬੀਤ ਇਸ ਗਏ ਨਵੀਤੇ ਦੇ ਨਾਲ ਮਾਤਾ ਜੀ ਬਹੁਤਾ ਲਾਡ ਲਡਾਉਂਦੇ ਨੇ, ਪਿਆਰ ਕਰਦੇ ਨੇ। ਇਸ ਨਵੀਤੇ ਦੇ ਨਾਲ ਬਹੁਤੇ ਦਿਨ ਬਤੀਤ ਹੋਏ ਹਨ। ਸੁਤ ਪ੍ਰੇਮ ਕਰੇ ਪ੍ਰਤਪਾਲਤ ਹੈ। ਪ੍ਰੇਮ ਕਰਦੇ ਨੇ, ਉਸ ਪੁੱਤਰ ਦੀ ਪ੍ਰੇਮ ਦੇ ਨਾਲ ਪ੍ਰਤਪਾਲਨਾ ਕਰਦੇ ਹਨ। ਸ੍ਰੀ ਹਰਿਗੋਬਿੰਦ ਸੁੰਦਰ ਰੂਪ ਅਨੂਪਮ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦਾ ਸੁੰਦਰ ਰੂਪ ਹੈ, ਅਨੂਪਮ ਉਪਮਾ ਤੋਂ ਰਹਿਤ ਹੈ। ਬੈਠਨੇ ਲਾਗਤ ਬੈ ਤੇ ਉਸ ਸਮੇਂ ਹੌਲੇ ਹੌਲੇ ਸਮਾਂ ਪਾਤ ਤੇ ਬੈਠਣ ਲੱਗੇ ਹਨ। ਸੋਚ ਵਿਮੋਚਤ ਲੋਚਨ ਤੇ ਜਿਹੜੇ ਸੋਚਾਂ ਨੂੰ ਨਾਸ਼ ਕਰਨ ਵਾਲੇ ਹਨ ਤੇ ਆਪਣੇ ਨੇਤਰਾਂ ਦੇ ਨਾਲ ਹੀ ਜਿਤਨੀਆਂ ਵੀ ਸੋਚਾਂ ਨੇ ਹਿਰਦੇ ਚੋਂ ਨਾਸ਼ ਕਰ ਦਿੰਦੇ ਹਨ। ਅਵਲੋਕਤ ਤੇਜ ਸਮੇਤ ਜਬੈ ਸਾਰਿਆਂ ਨੂੰ ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਬਹੁਤਾ ਸੁੰਦਰ ਲੱਗਦਾ ਹੈ। ਲੀਤ ਉਛੰਗ ਪਿਤਾ ਗੁਰ ਪੂਰਨ ਉਸ ਸਮੇਂ ਪਿਤਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਤਰਦੇ। ਸੰਗਤ ਪੰਗਤ ਦੇਖ ਸਬੈ ਆਪਣੇ ਗੋਦ ਦੇ ਵਿੱਚ ਲੈ ਲੈਂਦੇ ਨੇ। ਬਹੁਤੀ ਸੰਗਤ ਤੇ ਪ੍ਰਸ਼ਾਦਾ ਛਕਣ ਵਾਲੀ ਜਿਤਨੀ ਵੀ ਪੰਡਤ ਸਾਰੀ ਗੁਰੂ ਸਾਹਿਬ ਜੀ ਦੇ ਵੱਲ ਤੱਕਦੀ ਹੈ। ਜਾਇਓ ਆਜ ਨੰਦਨ ਕਰ ਗੋ ਨੰਦਨ ਨਵੀਂ ਭਾਈ ਸੰਤੋਖ ਸਿੰਘ ਜੀ ਇਹ ਤੋਂ ਉਦਾਹਰਣ ਦਿੰਦੇ ਨੇ। ਗੁਰੂ ਸਾਹਿਬ ਜੀ ਦੀ ਉਪਮਾ ਦੀ ਵਡਿਆਈ ਕਰਦੇ ਕਹਿੰਦੇ ਜਿਸ ਤਵੀਤੇ ਦੇ ਨਾਲ ਆਜ਼ਾਦ ਦਾ ਪੁੱਤਰ ਜਿਹੜਾ ਦਸ਼ਰਥ ਹੈ, ਦਸ਼ਰਥ ਆਪਣੇ ਪੁੱਤਰ ਰਾਮਚੰਦਰ ਨੂੰ ਬਾਲਕ ਬੈਸ ਮਹਿ ਬੈਠ ਫਟੈ ਬਾਲਕ ਬੈਸ ਭਾਵ ਛੋਟੀ ਉਮਰ ਦੇ ਵਿੱਚ ਰਾਮਚੰਦਰ ਜੀ ਨੂੰ ਆਪਣੀ ਦੋਦੀ ਦੇ ਵਿੱਚ ਲੈ ਤਰਤੇ ਬਹੁਤਾ ਫੱਬਦਾ ਸੀ। ਅੰਗਣ ਮੈਂ ਰੰਗਮਾਨ ਭਏ ਇਸ ਤਵੀਤੇ ਦੇ ਨਾਲ ਬਹੁਤੇ ਫੱਬਦੇ ਨੇ। ਅੰਦਨ ਮੈਂ ਵਿੰਦਮਾਨ ਪਏ। ਆਂਦਣ ਤੋਂ ਭਾਵ ਵਿਹੜੇ ਦੇ ਵਿੱਚ ਆਪਣੇ ਪੈਰਾਂ ਦੇ ਨਾਲ ਗੋਡਿਆਂ ਦੇ ਨਾਲ ਵਿੰਦਦੇ ਹਨ, ਭਾਵ ਇੱਧਰ ਉੱਧਰ ਫਿਰਦੇ ਹਨ। ਪੁਣ ਦੇਖ ਭਲੇ ਕਿਲ ਕਾਵਤ ਹੈ ਚੰਦੇ ਤਵੀਤੇ ਦੇ ਨਾਲ ਇੱਧਰ ਉੱਧਰ ਤੱਕਦੇ ਨੇ, ਤਿਲ ਤਾਰੀਆਂ ਤੜਦੇ ਹਨ। ਜੇਕਰ ਬੀਚ ਗਲੀਚਰ ਪੈ ਤਿਸੇ ਸਮੇਂ ਆਪਣੇ ਗੋਡਿਆਂ ਦੇ ਬਲ ਦੇ ਨਾਲ ਗਲੀਚੇ ਤੇ ਜਾਂਦੇ ਹਨ। ਇਤ ਆਵਤ ਫੇਰ ਸੋ ਜਾਵਤ ਹੈ ਇੱਧਰ ਆਉਂਦੇ ਨੇ ਫਿਰ ਇੱਧਰ ਉੱਧਰ ਭੱਜ ਜਾਂਦੇ ਹਨ। ਬੈਠਤ ਹੈ ਵਿੱਚ ਸੰਗਤ ਕੇ ਤਦੇ ਤਦਾਰ ਜਿੱਥੇ ਗੁਰੂ ਸਾਹਿਬ ਜੀ ਦੇ ਦਰਬਾਰ ਲੱਦੇ ਹਨ ਉੱਥੇ ਜਾ ਤੇ ਸੰਗਤ ਦੇ ਵਿੱਚ ਬੈਠੇ ਹਨ। ਗਨਦਾਸਤ ਬੈ ਬਤਰਾਵਤ ਹੈ ਉਸ ਸਮੇਂ ਜਦੋਂ ਸੰਗਤ ਦੇ ਵਿੱਚ ਜਾ ਤੇ ਵਿਰਾਜਮਾਨ ਹੁੰਦੇ ਹਨ ਉਸ ਸਮੇਂ ਜਿਹੜੇ ਬਹੁਤੇ ਹੀ ਦਾਸ ਨੇ ਉਹਨਾਂ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਬਹੁਤੇ ਸਵਾਲ ਜਵਾਬ ਬਾਲਕ ਜੀ ਨੂੰ ਪੁੱਛਦੇ ਹਨ। ਭਾਵਤ ਹੈ ਮੁਸਕਾਵਤ ਹੈ ਉਸ ਸਮੇਂ ਗੁਰੂ ਸਾਹਿਬ ਜੀ ਬਹੁਤੇ ਹੱਸਦੇ ਨੇ, ਮੁਸਕਰਾਉਂਦੇ ਹਨ। ਚਪਲਾਵਤ ਹੈ ਸੁਖ ਹਸਾਵਤ ਹੈ ਬਹੁਤੇ ਚੰਚਲ ਸੁਭਾਅ ਵਾਲੇ ਨੇ, ਆਪ ਵੀ ਹੱਸਦੇ ਨੇ ਤੇ ਹੋਰਨਾਂ ਨੂੰ ਵੀ ਹਸਾਉਂਦੇ ਨੇ। ਬਹੁਤੀ ਖੁਸ਼ੀ ਕਰਦੇ ਨੇ ਆਪਸ ਦੇ ਵਿੱਚ। ਬਹੁਤੇ ਜਿਹੜੇ ਸਿੱਖ ਨੇ ਉਹ ਵੀ ਬਹੁਤਾ ਲਾਡ ਲਡਾਉਂਦੇ ਹਨ। ਇੱਥੇ ਤੱਕ ਦੇ ਤਥਾ ਵਿਚਾਰਾਂ ਆਈਆਂ ਹਨ। ਤਥਾ ਵਿਚਾਰ ਕਰਦਿਆਂ ਇਹ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੁੰਦੀਆਂ ਹੁੰਦੀਆਂ। ਅਣਜਾਣ ਜੇ ਬੱਚੇ ਸਮਝਤੇ ਮਾਸਟਰ ਦਿਨਾਂ ਅਰਦਾਸ ਕਰਨੀ ਅੱਧੇ ਤੋਂ ਸ਼ੁੱਧ ਅਤੇ ਸਪਸ਼ਟ ਤਥਾ ਵਿਚਾਰ ਕਰਨ ਦੀ ਬਲ ਬੁੱਧੀ ਸਮਰੱਥਾ ਆ ਜਾਵੇ। ਹੁਣ ਦੋ ਪੰਕਤੀਆਂ ਪੜ੍ਹ ਤੇ ਸਮਾਪਤੀ ਹੈ ਜੀ। ਲਿਥੇ ਤਤੇ ਨ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਵਿ ਤਾਰ। ਬੈਠਤ ਹੈ ਵਿੱਚ ਸੰਗਤ ਕੇ ਗਨ ਦਾਸਤ ਬੈ ਬਤਰਾਵਤ ਹੈ ਭਾਵਤ ਹੈ ਮੁਸਕਾਵਤ ਹੈ ਚਪਲਾਵਤ ਹੈ ਸੁਹਸਾਵਤ ਹੈ। ਵਾਹਿਗੁਰੂ ਜੀ।